ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ। ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਜੀ, ਆਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕਰਕੇ ਆਪਾਂ ਸਾਰਿਆਂ ਨੂੰ ਸਤਸੰਗਤ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਆਪਾਂ ਸਾਰੇ ਸਰਵਣ ਕਰਦੇ ਆ ਰਹੇ ਹਾਂ। ਸੋ ਸੰਤ ਜੀ ਮਹਾਰਾਜ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਨ ਮਹਾਂਪੁਰਸ਼, ਮਹਾਨ ਤਪਸਵੀ, ਬ੍ਰਹਮ ਗਿਆਨੀ, ਜਿਨ੍ਹਾਂ ਦੇ ਪ੍ਰਥਾਏ ਸ਼ਰਧਾਵਾਨ ਭਾਵਨਾ ਵਾਲੇ ਗੁਰਸਿੱਖ ਇਸ ਤਰ੍ਹਾਂ ਵੀ ਵਿਚਾਰ ਕਰਿਆ ਕਰਦੇ ਕਿ ਜਿਵੇਂ ਜਨਮ ਸਾਖੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਆਉਂਦੇ ਹਨ ਕਿ ਅਜਿੱਤੇ ਰੁਝਾਵੇਂ ਦੇ ਨਾਲ ਜਦੋਂ ਵਿਚਾਰ ਚਰਚਾ ਹੋਈ ਹੈ ਤਾਂ ਅਜਿੱਤੇ ਰੰਧਾਵੇ ਨੇ ਬਟਾਲੇ ਦੀ ਧਰਤੀ ਤੇ ਹਜ਼ੂਰ ਮਹਾਰਾਜ ਨੂੰ ਬੇਨਤੀ ਕਰਕੇ ਪੁੱਛਿਆ ਸੀ ਕਿ ਮਹਾਰਾਜ ਜੀ, ਹੇ ਗੁਰੂ ਨਾਨਕ ਸਾਹਿਬ ਜੀ, ਕੀ ਆਪ ਜੀ ਫੇਰ ਵੀ ਆਉਣਗੇ ਸੰਸਾਰ ਦੇ ਉੱਤੇ? ਤਾਂ ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਭਵਿੱਖਤ ਬਚਨ ਕੀਤਾ ਸੀ ਵੀ 10 ਜਾਮੇ ਤਾਂ ਅਸੀਂ ਗੁਰੂ ਰੂਪ ਹੀ ਆਵਾਂਗੇ ਔਰ ਫਿਰ 74 ਜਾਮੇ ਅਸੀਂ ਸੰਤ ਰੂਪ ਹੋ ਕੇ ਆਵਾਂਗੇ। ਜੋ ਸੰਤ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਵਿੱਚ ਰਹਿ ਕੇ ਗੁਰਬਾਣੀ ਗੁਰ ਸਿਧਾਂਤ ਨਾਲ ਜੋੜਨ ਦਾ ਯਤਨ ਅਸੀਂ ਕਰਾਂਗੇ। ਤੋ ਇਸ ਤਰ੍ਹਾਂ ਨਾਲ ਅਨੇਕਾਂ ਸਾਧੂ ਸੰਤ ਮਹਾਤਮਾ ਮਹਾਂਪੁਰਖਾਂ ਦੇ ਪ੍ਰਤੀ ਇਹ ਸ਼ਰਧਾਵਾਨ ਭਾਵਨਾ ਵਾਲੇ ਗੁਰਸਿੱਖਾਂ ਦਾ ਖਿਆਲ ਬਈ ਉਹ ਮਹਾਂਪੁਰਖ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਪਣਾ ਨਿਜ ਰੂਪ ਹੀ ਸਨ। ਤੋ ਉਹਨਾਂ ਮਹਾਂਪੁਰਖਾਂ ਦੇ ਵਿੱਚੋਂ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਵੀ ਸਨ। ਸੋ ਜਿਨ੍ਹਾਂ ਦਾ ਸਤਿਕਾਰ ਬੜੇ ਤਪਸਵੀ ਮਹਾਂਪੁਰਖ ਸਾਧੂ ਸੰਤ ਵੀ ਕਰਿਆ ਕਰਦੇ। ਅਨੇਕਾਂ ਜ਼ਿਕਰ ਆਪ ਜੀ ਹੁਣ ਤੱਕ ਸਰਵਣ ਕਰ ਚੁੱਕੇ ਹੋ। ਅੱਜ ਜੋ ਜ਼ਿਕਰ ਮਹਾਂਪੁਰਸ਼ਾਂ ਦੀ ਜੀਵਨੀ ਦੇ ਵਿੱਚੋਂ ਆਪ ਜੀ ਨਾਲ ਸਾਂਝ ਪਾਉਣ ਲੱਗੇ ਹਾਂ, ਸੰਤ ਬਾਬਾ ਸੋਹਣ ਸਿੰਘ ਜੀ
ਧੰਨ ਬਾਬਾ ਬਿਧੀ ਚੰਦ ਜੀ ਦੇ ਨਾਮ ਤੇ ਜੋ ਦਲ ਹੈ, ਬਾਬਾ ਬਿਧੀ ਚੰਦ ਜੀ ਦੇ ਦਲ ਦੇ ਮੁਖੀ ਸਨ ਸੰਤ ਬਾਬਾ ਸੋਹਣ ਸਿੰਘ ਜੀ। ਬੜੇ ਮਹਾਨ ਜਪੀ ਤਪੀ ਸਾਧੂ ਸਨ, ਬੜੇ ਮਹਾਨ ਮਹਾਂਪੁਰਖ ਸਨ। ਨਿਹੰਗ ਸਿੰਘ ਸੰਪਰਦਾਇ ਦੇ ਮੁਖੀ ਸਨ ਤੇ ਰਹਿਤ ਬਹਿਤ ਵਿੱਚ ਬੜੇ ਪੂਰੇ ਸੂਰੇ ਸਨ। ਔਰ ਜਿਸ ਤਰ੍ਹਾਂ ਖਾਲਸੇ ਪੰਥ ਦੀ ਪਰੰਪਰਾ ਹੈ, ਵੱਖ-ਵੱਖ ਜੋੜ ਮੇਲਿਆਂ ਦੇ ਉੱਤੇ, ਵੱਖ-ਵੱਖ ਸਮਿਆਂ ਦੇ ਉੱਤੇ ਸਾਰੀਆਂ ਸੰਪਰਦਾਵਾਂ ਦੇ ਮੁਖੀ ਮਹਾਂਪੁਰਖ ਇਕੱਤਰ ਹੋਇਆ ਕਰਦੇ ਹਨ। ਦੀਵਾਲੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ, ਹੋਲੇ ਮਹੱਲੇ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ, ਵਿਸਾਖੀ ਦੇ ਸਮੇਂ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ ਉੱਥੇ ਇਕੱਤਰ ਹੋਇਆ ਕਰਦਾ। ਅਤੇ ਇੱਥੇ ਨਾਲ ਇੱਕ ਬੇਨਤੀ ਦਾਸ ਮੌਜੂਦਾ ਸਮੇਂ ਦੇ ਸੰਬੰਧ ਵਿੱਚ ਵੀ ਕਰਦੇ ਹੋਏ ਵੀ ਜੋ ਅੱਜ ਸਾਡੀਆਂ ਸੰਪਰਦਾਵਾਂ ਅਤੇ ਸਾਡੀਆਂ ਜਥੇਬੰਦੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਜ਼ਾਦਾ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹ ਬੜੀ ਵਿਸ਼ੇਸ਼ ਇੱਕ ਮੁਹਿੰਮ ਅੰਦਰ ਖਾਤੇ ਵਿੱਢੀ ਹੋਈ ਹੈ ਸਿੱਖੀ ਦੇ ਦੁਖੀ ਲੋਕਾਂ ਨੇ ਵੀ ਕਿਸੇ ਤਰ੍ਹਾਂ ਸਿੱਖਾਂ ਦੇ ਮਨਾਂ ਦੇ ਵਿੱਚੋਂ ਇਹ ਸਾਰੀ ਭਾਵਨਾ ਜਿਹੜੀ ਹੈ ਖਤਮ ਕਰ ਦਿੱਤੀ ਜਾਵੇ। ਸਿੱਖਾਂ ਦੇ ਮਨਾਂ ਦੇ ਵਿੱਚ ਕੋਈ ਸਤਿਕਾਰ ਨਾ ਰਵੇ ਸ੍ਰੀ ਅਕਾਲ ਤਖਤ ਸਾਹਿਬ ਦਾ ਅਤੇ ਪੁਰਾਤਨ ਜਥੇਬੰਦੀਆਂ ਦਾ। ਜਦ ਕਿ ਸੱਚ ਇਹ ਹੈ ਕਿ ਜਿਤਨੀਆਂ ਵੀ ਜਥੇਬੰਦੀਆਂ ਹਨ, ਚਾਹੇ ਉਹ ਨਿਰਮਲੇ ਸਾਧੂ ਹਨ, ਚਾਹੇ ਉਦਾਸੀ ਸੰਪਰਦਾ ਹੈ, ਨਿਹੰਗ ਸਿੰਘ ਜਥੇਬੰਦੀਆਂ ਹਨ, ਦਮਦਮੀ ਟਕਸਾਲ ਹੈ, ਹੋਤੀ ਮਰਦਾਨ ਸੰਪਰਦਾਇ ਦੀਆਂ ਜਿਤਨੀਆਂ ਵੀ ਸ਼ਾਖਾਵਾਂ ਹਨ, ਕਾਰ ਸੇਵਾ ਵਾਲੇ ਸਾਧੂ ਹਨ, ਸੇਵਾ ਪੰਥੀ ਮਹਾਂਪੁਰਖ ਹਨ, ਜਿਤਨੇ ਵੀ ਸਾਧੂ ਹਨ, ਜਿਤਨੀਆਂ ਵੀ ਸੰਪਰਦਾਵਾਂ ਹਨ, ਉਹ ਸਾਰੀਆਂ ਸੰਪਰਦਾਵਾਂ, ਸਾਰੀਆਂ ਜਥੇਬੰਦੀਆਂ ਖਾਲਸੇ ਪੰਥ ਦਾ ਅਨਿੱਖੜਵਾਂ ਅੰਗ ਹਨ। ਅਤੇ ਜੇ ਆਪਾਂ ਕਹੀਏ ਵੀ ਇਹ ਸਾਰੀਆਂ ਜਥੇਬੰਦੀਆਂ ਖਤਮ ਕਰ ਦੇਣੀਆਂ ਚਾਹੀਦੀਆਂ ਨੇ, ਇਹ ਸੰਪਰਦਾਵਾਂ ਨਹੀਂ ਰਹਿਣੀਆਂ ਚਾਹੀਦੀਆਂ, ਅਤੇ ਇਹ ਤਾਂ ਆਪਣੇ ਪੰਥ ਦੀਆਂ ਜੜ੍ਹਾਂ ਵਿੱਚ ਆਰੀ ਫੇਰਨ ਵਾਲੀ ਗੱਲ ਹੈ। ਕੋਈ ਵੀ ਸਿੱਖੀ ਨੂੰ ਪ੍ਰੇਮ ਕਰਨ ਵਾਲਾ, ਗੁਰੂ ਘਰ ਦਾ ਚਿੰਤਕ ਕਦੇ ਇਹ ਗੱਲ ਨਾ ਕਹਿ ਸਕਦਾ ਅਤੇ ਨਾ ਕਰ ਸਕਦਾ। ਇਹ ਗੁਰੂ ਦੇ ਦੋਖੀਆਂ ਦਾ, ਗੁਰੂ ਘਰ ਦੇ ਦੋਖੀਆਂ ਦਾ ਹੀ ਕੰਮ ਹੈ। ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਹਮੇਸ਼ਾ ਸਾਰਿਆਂ ਦਾ ਸਤਿਕਾਰ ਕਰੋ, ਸਾਰੀਆਂ ਜਥੇਬੰਦੀਆਂ ਸਤਿਕਾਰਯੋਗ ਹਨ। ਇਹ ਗੱਲ ਅਲੱਗਾ ਹੈ ਵੀ ਹਰ ਇੱਕ ਜਥੇਬੰਦੀ ਵਿੱਚ, ਹਰ ਇੱਕ ਸੰਪਰਦਾਇ ਦੇ ਵਿੱਚ ਕੋਈ ਨਾ ਕੋਈ ਐਸਾ ਕਲੰਕਤ ਜੀਵਨ ਵਾਲਾ ਜਾਂ ਜਥੇਬੰਦੀ ਨੂੰ ਕਲੰਕਿਤ ਕਰਨ ਵਾਲਾ ਕੋਈ ਮੈਂਬਰ ਆ ਜਾਂਦਾ ਹੈ। ਕੋਈ ਨਾ ਕੋਈ ਐਸਾ ਕਾਰਨਾਮਾ ਕਰ ਦਿੰਦਾ ਜਿਹਦੇ ਕਰਕੇ ਬਦਨਾਮੀ ਹੁੰਦੀ ਹੈ। ਪਰ ਇੱਕ ਮੈਂਬਰ ਦੇ ਕਰਕੇ ਪੂਰੀ ਜਥੇਬੰਦੀ ਨੂੰ ਤਾਂ ਨਹੀਂ ਬਦਨਾਮ ਕੀਤਾ ਜਾ ਸਕਦਾ। ਤੋ ਇਸ ਕਰਕੇ ਸਾਧ ਸੰਗਤ ਜੀ ਹਮੇਸ਼ਾ ਸਭ ਦਾ ਸਤਿਕਾਰ ਕਰੋ। ਮਾਣਮੱਤਾ ਇਤਿਹਾਸ ਹੈ ਸਾਰੀਆਂ ਜਥੇਬੰਦੀਆਂ ਦਾ। ਉਦਾਸੀ ਸਾਧੂਆਂ ਦਾ ਕਿਤਨਾ ਵੱਡਾ ਸਿੱਖ ਕੌਮ ਨੂੰ ਸਾਧ ਸੰਗਤ ਜੀ ਦੇਣਾ ਹੈ। ਕਦੇ ਇਤਿਹਾਸ ਪੜ੍ਹ ਕੇ ਤੇ ਵੇਖੀਏ ਨਾ, ਫਿਰ ਪਤਾ ਲੱਗੇ ਵੀ ਉਦਾਸੀਆਂ ਦੀ ਕੀ ਦੇਣ ਹੈ, ਨਿਰਮਲਿਆਂ ਦੀ ਕੀ ਦੇਣ ਹੈ, ਫਿਰ ਪਤਾ ਲੱਗੇ। ਅੱਜ ਗੱਲਾਂ ਕੌਣ ਕਰਦੇ ਹੈ ਜਿਨ੍ਹਾਂ ਨੇ ਨਾ ਇਤਿਹਾਸ ਪੜ੍ਹਨਾ ਹੈ, ਨਾ ਸੁਣਨਾ ਹੈ। ਕੇਵਲ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮੋਹਰੇ ਲਾ ਕੇ, ਮੋਹਰੇ ਰੱਖ ਕੇ ਅਤੇ ਕੌਮ ਦੇ ਵਿੱਚ ਵੱਡੇ ਵੱਡੇ ਬਖੇੜੇ ਖੜੇ ਕੀਤੇ ਜਾਂਦੇ। ਖੈਰ ਰਹੋ ਵਿਚਾਰ, ਸਾਡਾ ਇਹ ਮਜ਼ਮੂਨ ਨਹੀਂ, ਸਾਡਾ ਇਹ ਵਿਸ਼ਾ ਨਹੀਂ ਹੈ। ਜੋ ਵਿਚਾਰ ਦਾਸ ਸਾਹਿਬ ਜੀ ਨਾਲ ਸਾਂਝਾ ਕਰ ਰਿਹਾ ਉਹ ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ। ਜਦੋਂ ਵੀ ਸਭਾ ਦਾ ਜੋੜ ਮੇਲਾ ਆਉਂਦਾ, ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ, ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਉੱਥੇ ਇਕੱਤਰ ਹੁੰਦੀਆਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ, ਮਾਤਾ ਜੀ ਦੀ ਸ਼ਹਾਦਤ ਨੂੰ ਨਮਸਕਾਰਾਂ ਕਰਨ ਵਾਸਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਇਕੱਤਰ ਹੋਈਆਂ। ਤੋ ਉੱਥੇ ਸਾਰੇ ਸਾਧੂ ਸੰਤ ਮਹਾਤਮਾ ਵੀ ਜਾਂਦੇ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਵੀ ਹਰ ਸਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਉੱਥੇ ਜ਼ਰੂਰ ਜਾਇਆ ਕਰਦੇ, ਜ਼ਰੂਰ ਜਾਇਆ ਕਰਦੇ। ਤੋ ਇੱਕ ਦਿਨ ਐਸਾ ਸਮਾਂ ਬਣਿਆ
ਵੀ ਸਵੇਰੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਹੋਈ ਹੈ। ਸੰਤ ਜੀ ਮਹਾਰਾਜ ਸੰਤ ਬਾਬਾ ਜਵਾਲਾ ਸਿੰਘ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਨਮੁਖ ਖੜੇ ਹਨ ਬਾਹਰ। ਇਤਨੇ ਨੂੰ 5-7 ਸਿੰਘਾਂ ਸਮੇਤ ਸੰਤ ਬਾਬਾ ਸੋਹਣ ਸਿੰਘ ਜੀ, ਬਾਬਾ ਵਿਧੀ ਚੰਦ ਦਲ ਦੇ ਮੁਖੀ ਸਨ ਜਿਹੜੇ, ਉਹ ਉੱਥੇ ਆ ਗਏ। ਪਹਿਲਾਂ ਤਾਂ ਆ ਕੇ ਉਹਨਾਂ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਅੰਦਰ ਜਾ ਕੇ ਨਮਸਕਾਰ ਕੀਤੀ, ਗੁਰਦੁਆਰੇ ਦੀ ਪਰਿਕਰਮਾ ਕੀਤੀ। ਫਿਰ ਸੰਤਾਂ ਦੇ ਕੋਲ ਆ ਗਏ। ਸੰਤ ਬਾਬਾ ਜਵਾਲਾ ਸਿੰਘ ਜੀ ਬਾਹਰ ਖੜੇ ਉਹਨਾਂ ਨੂੰ ਉਡੀਕ ਰਹੇ ਸੀ। ਜਿਸ ਵੇਲੇ ਆਏ ਤੇ ਬਾਬਾ ਸੋਹਣ ਸਿੰਘ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਨਮਸਕਾਰ ਕਰਨ ਵਾਸਤੇ ਝੁਕਣਾ ਕੀਤਾ। ਪਰ ਜਿਸ ਵੇਲੇ ਸੰਤ ਬਾਬਾ ਸੋਹਣ ਸਿੰਘ ਜੀ ਝੁਕਣ ਲੱਗੇ ਤਾਂ ਸੰਤ ਬਾਬਾ ਜਵਾਲਾ ਸਿੰਘ ਜੀ, ਜੋ ਕਿ ਆਪ ਬਹੁਤ ਨਿਮਰਤਾ ਵਾਲੇ ਸਾਧੂ ਸਨ, ਉਹਨਾਂ ਨੇ ਬਾਬਾ ਜੀ ਨੂੰ ਝੁਕਣ ਨਾ ਦਿੱਤਾ, ਕਲਾਵੇ ਵਿੱਚ ਲੈ ਲਿਆ, ਗਲਵਕੜੀ ਵਿੱਚ ਲੈ ਲਿਆ। ਸੰਤ ਬਾਬਾ ਸੋਹਣ ਸਿੰਘ ਜੀ ਹੱਥ ਜੋੜ ਕੇ ਕਹਿੰਦੇ, ਬੈਰਾਗ ਵਿੱਚ ਆ ਕੇ ਕਹਿੰਦੇ, ਮਹਾਂਪੁਰਸ਼ੋ, ਅੱਜ ਮੇਰੀ ਬੇਨਤੀ ਮੰਨ ਲਓ ਤੇ ਅੱਜ ਮੈਨੂੰ ਆਪਣੇ ਚਰਨਾਂ 'ਤੇ ਮੱਥਾ ਟੇਕ ਲੈਣ ਦਿਓ। ਮਹਾਂਪੁਰਖ ਕਹਿੰਦੇ, ਸੰਤ ਜੀ ਤੁਸੀਂ ਤੇ ਆਪ ਐਡੇ ਵੱਡੇ ਮਹਾਨ ਵੰਸ਼ ਦੇ ਵਿੱਚ ਪੈਦਾ ਹੋਏ ਹੋ, ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਅੰਸ਼ ਵੰਸ਼ ਹੋ ਤੁਸੀਂ। ਬਾਬਾ ਵਿਧੀ ਚੰਦ ਸਾਹਿਬ ਜੀਆਂ ਦਾ ਤੁਹਾਡੇ ਤੇ ਮਹਾਨ ਬਖਸ਼ਿਸ਼ਾਂ ਭਰਿਆ ਹੱਥ ਹੈ ਤੇ ਮਹਾਰਾਜ ਤੁਸੀਂ ਮੈਨੂੰ ਮੱਥਾ ਟੇਕੋ, ਇਹ ਤੇ ਠੀਕ ਨਹੀਂ ਨਾ ਗੱਲ ਲੱਗਦੀ। ਅਸੀਂ ਤੁਹਾਨੂੰ ਨਮਸਕਾਰ ਕਰੀਏ, ਅਸੀਂ ਤੁਹਾਨੂੰ ਮੱਥਾ ਟੇਕੀਏ, ਗੱਲ ਸੱਜਦੀ ਹੈ। ਤੁਸੀਂ ਸਾਨੂੰ ਗਰੀਬਾਂ ਨੂੰ ਮੱਥਾ ਟੇਕੋ, ਨਿਮਾਣਿਆਂ ਨੂੰ ਮੱਥਾ ਟੇਕੋ, ਇਹ ਸਾਨੂੰ ਠੀਕ ਨਹੀਂ ਲੱਗਦਾ। ਤੇ ਸੰਤ ਬਾਬਾ ਸੋਹਣ ਸਿੰਘ ਜੀ ਫਿਰ ਬੈਰਾਗ ਦੇ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਜੀ ਸਾਡੀ ਅੱਜ ਬੇਨਤੀ ਮੰਨ ਲਓ। ਇਹ ਬੇਨਤੀ ਕਹਿੰਦੇ ਮੈਂ ਕਿਉਂ ਕਰ ਰਿਹਾ ਮੈਂ ਬਾਅਦ ਵਿੱਚ ਦੱਸਾਂਗਾ, ਪਹਿਲਾਂ ਕਿਰਪਾ ਕਰਕੇ ਮੈਨੂੰ ਨਮਸਕਾਰ ਕਰ ਲੈਣ ਦਿਓ, ਮੈਨੂੰ ਮੱਥਾ ਟੇਕ ਲੈਣ ਦਿਓ। ਜਦੋਂ ਮਹਾਂਪੁਰਖ ਨਾ ਹੀ ਹਟੇ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਮਹਾਂਪੁਰਸ਼ੋ ਅਸੀਂ ਤੇ ਤੁਹਾਡੇ ਚਰਨਾਂ ਵਿੱਚ ਬਹਿਣ ਜੋਗੇ ਹਾਂ, ਜੇ ਤੁਸੀਂ ਆਹ ਮਾਣ ਦੇ ਰਹੇ ਹੋ, ਤੁਹਾਡੀ ਵਡਿਆਈ ਹੈ, ਤੁਸੀਂ ਕਿਹੜੀ ਮੌਜ ਦੇ ਵਿੱਚ ਇਹ ਗੱਲ ਕਹਿ ਰਹੇ ਹੋ, ਤੁਸੀਂ ਜਾਣਦੇ ਹੋ, ਫਿਰ ਮੈਂ ਕੌਣ ਆ ਰੋਕਣ ਵਾਲਾ। ਹੁਣ ਸੰਤ ਬਾਬਾ ਸੋਹਣ ਸਿੰਘ ਜੀ ਨੇ ਬੜੇ ਅਦਬ ਦੇ ਨਾਲ, ਬੜੇ ਪਿਆਰ ਦੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਨਮਸਕਾਰ ਕੀਤੀ। ਫਿਰ ਮਹਾਂਪੁਰਖ ਸੰਤ ਬਾਬਾ ਸੋਹਣ ਸਿੰਘ ਜੀ, ਵੇਖੋ ਸਾਧ ਸੰਗਤ ਜੀ, ਇਹ ਹੈ ਸਾਧੂਆਂ ਦਾ ਆਪਸ ਵਿੱਚ ਪਿਆਰ। ਜਿਨ੍ਹਾਂ ਮਹਾਂਪੁਰਸ਼ਾਂ ਦਾ ਪਿਛਲੇ ਦਿਨਾਂ ਦੇ ਵਿੱਚ ਕਥਾ ਵਿੱਚ ਆਪ ਜੀ ਨੇ ਜ਼ਿਕਰ ਪੜ੍ਹਿਆ ਸੀ, ਸੰਤ ਬਾਬਾ ਸੋਹਣ ਸਿੰਘ ਜੀ ਟਿੱਬਾ ਸਾਹਿਬ ਵਾਲੇ ਮਹਾਂਪੁਰਖ, ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਲਛਮਣ ਸਿੰਘ ਜੀ ਬੜੇ ਮਹਾਨ ਤਪਸਵੀ ਸਨ, ਬਹੁਤ ਮਹਾਨ ਸਾਧੂ ਹੋਏ ਨੇ ਵੀ। ਉਹਨਾਂ ਦੇ ਬਾਰੇ ਇੱਕ ਵਾਰੀ ਦੀ ਹੋਈ ਵਾਰਤਾ ਦਾਸ ਨੂੰ ਸ਼੍ਰੀਮਾਨ ਸੰਤ ਬਾਬਾ ਸਤਪਾਲ ਸਿੰਘ ਜੀ ਮਹਾਰਾਜ ਜੀ ਨੇ ਸੁਣਾਈ, ਦੱਸੀ। ਕਹਿੰਦੇ ਸਾਨੂੰ ਪਤਾ ਲੱਗਿਆ ਵੀ ਸੰਤਾਂ ਦਾ ਸਰੀਰ ਢਿੱਲਾ ਹੈ, ਬਿਰਧ ਹੋ ਚੁੱਕੇ ਸਨ। ਕਹਿੰਦੇ ਅਸੀਂ ਸੰਤਾਂ ਦੀ ਖਬਰ ਲੈਣ ਗਏ, ਸੰਤ ਬਾਬਾ ਲਛਮਣ ਸਿੰਘ ਜੀ ਦੀ ਖਬਰ ਲੈਣ ਵਾਸਤੇ ਜਦੋਂ ਅਸੀਂ ਉਹਨਾਂ ਦੀ ਕੁਟੀਆ ਵਿੱਚ ਗਏ, ਉਹਨਾਂ ਦੇ ਦਰਸ਼ਨ ਕੀਤੇ ਤੇ ਗਏ, ਤੇ ਉਸ ਵੇਲੇ ਸੰਤ ਬਾਬਾ ਲਛਮਣ ਸਿੰਘ ਜੀ ਕਾਫੀ ਸਰੀਰ ਢਿੱਲਾ ਸੀ ਤੇ ਆਪਣੇ ਪਲੰਘ ਦੇ ਉੱਤੇ ਲੰਮੇ ਪਏ ਸੀ, ਉੱਠਿਆ ਨਹੀਂ ਸੀ ਜਾਂਦਾ। ਗਲੂਕੋਜ਼ ਲੱਗਿਆ ਹੋਇਆ ਸੀ, ਡ੍ਰਿਪ ਲੱਗਿਆ ਹੋਇਆ ਸੀ। ਕਹਿੰਦੇ ਅਸੀਂ ਜਦੋਂ ਜਾ ਕੇ ਨਮਸਕਾਰ ਕੀਤੀ, ਕੋਲੇ ਹੋ ਕੇ ਹਾਲ ਚਾਲ ਪੁੱਛਿਆ ਤੇ ਸੰਤ ਬਾਬਾ ਲਛਮਣ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਸੰਤ ਜੀ ਮੇਰੇ ਤੇ ਇੱਕ ਕਿਰਪਾ ਕਰੋ। ਕਹਿੰਦੇ ਮੈਂ ਅਦਬ ਨਾਲ ਹੱਥ ਜੋੜ ਕੇ ਪੁੱਛਿਆ, ਮਹਾਰਾਜ ਅਸੀਂ ਤੁਹਾਡੇ ਲਈ ਦੱਸੋ ਕੀ ਕਰੀਏ, ਕੀ ਕਰ ਸਕਦੇ ਹਾਂ ਅਸੀਂ। ਕਹਿੰਦੇ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ। ਕਹਿੰਦੇ ਸੰਤ ਬਾਬਾ ਲਛਮਣ ਸਿੰਘ ਜੀ ਨੇ ਜਦੋਂ ਇੰਨੇ ਪਿਆਰ ਵਿਰਾਗ ਦੇ ਵਿੱਚ, ਨਿਮਰਤਾ ਵਿੱਚ ਇਹ ਗੱਲ ਕਹੀ ਤੇ ਅਸੀਂ ਵਿਚਾਰਿਆ ਵੀ ਅਸੀਂ ਇਹਨਾਂ ਦੇ ਸਿਰ ਤੇ ਹੱਥ ਰੱਖਣ ਜੋਗੇ ਕਿੱਥੇ ਹਾਂ। ਇਹ ਤਾਂ ਇਹਨਾਂ ਦੀ ਨਿਮਰਤਾ ਹੈ, ਇਹਨਾਂ ਦਾ ਪਿਆਰ ਹੈ ਜੋ ਸਾਨੂੰ ਕਹਿ ਰਹੇ ਹੈ। ਕਹਿੰਦੇ ਅਸੀਂ ਉਹਨਾਂ ਨੂੰ ਟਾਲਿਆ, ਸੰਤ ਜੀ ਕਮਾਈ ਤਾਂ ਤੁਹਾਡੀ ਆਪਣੀ ਬਹੁਤ ਹੈ, ਕਮਾਈ ਤੁਹਾਡੇ ਵੱਡੇ ਮਹਾਂਪੁਰਸ਼ਾਂ ਦੀ ਬਹੁਤ ਹੈ,
ਸਾਡੀ ਕੀ ਲੋੜ ਹੈ ਤੁਹਾਡੇ ਸਿਰ ਤੇ ਹੱਥ ਰੱਖਣ ਦੀ, ਤੇ ਸਾਡੀ ਕੀ ਤਾਕਤ ਹੈ ਅਸੀਂ ਤੁਹਾਡੇ ਸਿਰ ਤੇ ਹੱਥ ਰੱਖੀਏ। ਕਹਿੰਦੇ ਉਹਨਾਂ ਦੇ ਨੇਤਰਾਂ ਦੇ ਵਿੱਚ ਜਲ ਆ ਗਿਆ ਤੇ ਉਹ ਕਹਿਣ ਲੱਗੇ, ਨਹੀਂ ਸੰਤ ਜੀ ਸਾਨੂੰ ਟਾਲੋ ਨਾ, ਤੇ ਕਿਰਪਾ ਕਰੋ ਅੱਜ ਸਾਡੇ ਸਿਰ ਤੇ ਹੱਥ ਰੱਖ ਕੇ ਜਾਓ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਅਸੀਂ ਵਿਚਾਰ ਕੀਤੀ ਆਪਣੇ ਮਨ ਵਿੱਚ, ਆਪਣੇ ਅੰਦਰ, ਬਈ ਮਹਾਂਪੁਰਖਾਂ ਦਾ ਸੱਚਖੰਡ ਜਾਣ ਦਾ ਸਮਾਂ ਹੁਣ ਨੇੜੇ ਆਇਆ ਹੋਇਆ, ਤੇ ਇਹਨਾਂ ਦੇ ਅੰਦਰ ਜੇ ਇਹ ਫੁਰਨਾ ਉੱਠਿਆ ਹੈ, ਇਹ ਸੰਕਲਪ ਉੱਠਿਆ ਹੈ, ਵਾਰ-ਵਾਰ ਸਾਨੂੰ ਕਹਿ ਰਹੇ ਸਿਰ ਤੇ ਹੱਥ ਰੱਖੋ, ਤੇ ਜੇ ਅਸੀਂ ਇਹਨਾਂ ਦਾ ਵਚਨ ਨਹੀਂ ਮੰਨਦੇ ਤੇ ਇਹ ਫੁਰਨਾ ਇਹਨਾਂ ਦੇ ਅੰਦਰ ਰਹਿ ਜਾਏਗਾ, ਇਹਨਾਂ ਦੇ ਅੰਦਰ ਇਹ ਖਿਆਲ ਰਹਿ ਜਾਏਗਾ, ਤੇ ਇਹ ਖਿਆਲ ਅੰਦਰ ਰਹਿ ਜਾਣਾ ਇਹ ਚੰਗੀ ਗੱਲ ਨਹੀਂ। ਕਹਿੰਦੇ ਪਰ ਹੁਣ ਅਸੀਂ ਉਹਨਾਂ ਦੇ ਸਿਰ ਤੇ ਵੀ ਹੱਥ ਨਹੀਂ ਸੀ ਰੱਖ ਸਕਦੇ, ਸਾਡੇ ਲਈ ਇਹ ਬਹੁਤ ਵੱਡੀ ਇੱਕ ਸਾਹਮਣੇ ਸਵਾਲ ਖੜਾ ਹੋ ਗਿਆ ਵੀ ਹੁਣ ਕਰੀਏ ਤੇ ਕਰੀਏ ਕੀ। ਜੇ ਸਿਰ ਤੇ ਹੱਥ ਨਹੀਂ ਰੱਖਦੇ ਤੇ ਉਹਨਾਂ ਦਾ ਫੁਰਨਾ ਨਹੀਂ ਪੂਰਾ ਹੁੰਦਾ, ਤੇ ਜੇ ਸਿਰ ਤੇ ਹੱਥ ਰੱਖਦੇ ਹਾਂ ਤੇ ਉਹ ਤੇ ਵੱਡੇ ਨੇ ਸਾਥੋਂ, ਕਹਿੰਦੇ ਕਿ ਅਸੀਂ ਸਿਰ ਤੇ ਕਿਵੇਂ ਹੱਥ ਰੱਖੀਏ। ਕਹਿੰਦੇ ਫਿਰ ਉਸ ਵੇਲੇ ਜੁਗਤੀ ਨਾਲ ਕੰਮ ਚਲਾਉਣਾ ਪਿਆ। ਇੱਕ ਹੱਥ ਨਾਲ ਮਹਾਂਪੁਰਸ਼ਾਂ ਦਾ ਲੰਮਿਆਂ ਪਿਆਂ ਦਾ ਚਰਨ ਫੜ ਲਿਆ, ਤੇ ਦੂਜਾ ਹੱਥ ਉਹਨਾਂ ਦੇ ਸੀਸ ਤੇ ਰੱਖ ਦਿੱਤਾ। ਦੂਜਾ ਹੱਥ ਉਹਨਾਂ ਦੇ ਸੀਸ ਤੇ ਰੱਖ ਦਿੱਤਾ ਤੇ ਆਖਿਆ, ਲਓ ਮਹਾਂਪੁਰਖੋ ਤੁਹਾਡਾ ਫੁਰਨਾ ਪੂਰਾ ਕਰ ਦਿੱਤਾ ਤੇ ਤੁਹਾਡੇ ਸੀਸ ਤੇ ਹੱਥ ਰੱਖਤਾ, ਤੇ ਅਸੀਂ ਮਰਜ਼ਾਦਾ ਵੀ ਨਹੀਂ ਤੋੜੀ, ਅਸੀਂ ਆਪ ਜੀ ਦਾ ਅਦਬ ਵੀ ਰੱਖ ਲਿਆ, ਤੇ ਇੱਕ ਹੱਥ ਨਾਲ ਆਪ ਜੀ ਦਾ ਚਰਨ ਵੀ ਫੜਿਆ ਹੋਇਆ ਸੀ। ਤੇ ਉਹ ਦੇਖ ਕੇ ਬੜੇ ਖੁਸ਼ ਹੋਏ, ਬੜੇ ਮੁਸਕਰਾਏ। ਸੋ ਭਾਵ ਕਹਿਣ ਦਾ ਇਹ ਹੈ, ਜਿਨ੍ਹਾਂ ਦੇ ਅੰਦਰ ਨਾਮ ਦਾ ਕਿਣਕਾ ਟਿਕਿਆ ਹੁੰਦਾ ਹੈ ਉਹ ਨਿਮਰਤਾ ਵਿੱਚ ਰਹਿੰਦੇ ਨੇ, ਆਪਣਾ ਆਪ ਕਦੇ ਜਣਾਉਂਦੇ ਨਹੀਂ, ਵੱਡੇ ਬਣ ਕੇ ਨਹੀਂ ਰਹਿੰਦੇ, ਉਹ ਨਿਮਰਤਾ ਵਿੱਚ ਰਿਹਾ ਕਰਦੇ। ਬੜੀਆਂ ਬੜੀਆਂ ਕਮਾਈਆਂ ਵਾਲੇ ਸਾਧੂ, ਕਮਾਈ ਕਰਕੇ ਭਰਪੂਰ ਹੁੰਦੇ ਆ ਜਿਹੜੇ, ਪਰ ਸਾਧ ਸੰਗਤ ਜੀ ਨਿਮਰਤਾ ਇਤਨੀ ਜ਼ਿਆਦਾ ਵੀ ਕਰੰਚਕ ਮਾਤਰ ਰਾਈ ਦੇ ਦਾਣੇ ਸਮਾਨ ਵੀ ਉਹਨਾਂ ਦੇ ਗੱਲਬਾਤ ਤੋਂ, ਉਹਨਾਂ ਦੇ ਵਿਚਾਰਾਂ ਤੋਂ, ਉਹਨਾਂ ਦੀ ਬਹਿਣੀ ਉੱਠਣੀ ਤੋਂ ਰੰਚਕ ਮਾਤਰ ਵੀ ਪਤਾ ਨਹੀਂ ਲੱਗਦਾ ਹੁੰਦਾ ਵੀ ਇਹ ਕਮਾਈ ਵਾਲੇ ਸਾਧੂ, ਜਾਂ ਇਹਨਾਂ ਦੇ ਅੰਦਰ ਕੋਈ ਹੰਕਾਰ ਹੈ ਕਮਾਈ ਦਾ। ਕਿੰਨੀ ਪ੍ਰਤਿਭਾ ਹੁੰਦੀ ਦੇਸਾਂ ਪ੍ਰਦੇਸਾਂ ਦੇ ਵਿੱਚ, ਪਰ ਐਂ ਨਿਮਾਣੇ ਹੋ ਕੇ ਰਹਿੰਦੇ, ਬਿਲਕੁਲ ਨਿਮਾਣੇ ਹੋ ਕੇ। ਬਾਣੀ ਦੇ ਵਿੱਚ ਸਾਧੂ ਦੇ ਲੱਛਣ ਵੀ ਇਹੀ ਦੱਸੇ ਨੇ, ਮਾਣ ਹੁੰਦਾ ਹੋਏ ਨਿਮਾਣਾ, ਤਾਣ ਹੁੰਦਾ ਹੋਏ ਨਿਤਾਣਾ, ਅਣਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਕਹਾ ਲੈਣਾ ਬੜਾ ਸੌਖਾ ਹੈ, ਭਗਤ ਦੀ ਡੈਫੀਨੇਸ਼ਨ ਜਿਹੜੀ ਮਹਾਰਾਜ ਨੇ ਇੱਥੇ ਦਿੱਤੀ ਹੈ, ਕਹਿੰਦੇ ਮਾਣ ਹੁੰਦਾ ਹੋਏ ਨਿਮਾਣਾ, ਮਾਣ ਕਰੇ ਸੰਸਾਰ, ਪਰ ਸਾਧੂ ਆਪਣੇ ਅੰਦਰ ਆਪਣਾ ਕਦੇ ਮਾਣ ਦਾ ਕਿਣਕਾ ਨਾ ਆਉਣ ਦੇਵੇ। ਤਾਣ ਹੁੰਦਾ ਹੋਏ ਨਿਤਾਣਾ, ਬਲ ਹੋਵੇ ਬਹੁਤ ਪਰ ਆਪਣੇ ਬਲ ਦਾ ਕਦੇ ਪ੍ਰਦਰਸ਼ਨ ਨਾ ਕਰੇ। ਅਣਹੁੰਦਾ ਆਪ ਵੰਡਾਏ, ਕੋਲ ਆਪਣੇ ਰਵੇ ਭਾਵੇਂ ਨਾ ਰਵੇ ਪਰ ਦੂਜਿਆਂ ਨਾਲ ਵੰਡ ਕੇ ਛਕੇ, ਉਹ ਐਸਾ ਭਗਤ ਸਦਾਏ ਜਿਹਦੇ ਵਿੱਚ ਕਹਿੰਦੇ ਇਹ ਤਿੰਨ ਗੁਣ ਨੇ, ਉਹ ਭਗਤ ਕਹਾਉਣ ਦਾ ਹੱਕਦਾਰ ਹੈ, ਉਹ ਹੈ ਭਗਤ। ਤੋ ਹੁਣ ਸੰਤ ਬਾਬਾ ਸੋਹਣ ਸਿੰਘ ਜੀ, ਬਾਬਾ ਵਿਧੀ ਚੰਦ ਸਾਹਿਬ ਦੇ ਦਲ ਦੇ ਮੁਖੀ, ਕਮਾਈ ਉਹਨਾਂ ਦੀ ਵੀ ਬਹੁਤ, ਤੇ ਇਧਰ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਵੀ ਪੂਰਨ ਕਮਾਈ ਦੇ ਵਿੱਚ। ਤੇ ਹੁਣ ਦੋਨੋਂ ਮਹਾਂਪੁਰਖ ਬੜੇ ਪ੍ਰੇਮ ਦੇ ਨਾਲ ਵਿਰਾਜ ਗਏ। ਤੇ ਹੁਣ ਉਸ ਵੇਲੇ ਸੇਵਾਦਾਰ ਕਹਿੰਦੇ ਨੇ, ਬਾਬਾ ਜੀ ਅੱਜ ਜੋ ਆਪ ਜੀ ਬਹੁਤ ਦ੍ਰਿੜ ਸੰਕਲਪ ਕਰਕੇ ਬਾਰ-ਬਾਰ ਕਹੀ ਜਾ ਰਹੇ ਸੀ ਵੀ ਮੈਨੂੰ ਮੱਥਾ ਟੇਕ ਲੈਣ ਦਿਓ, ਮੈਨੂੰ ਮੱਥਾ ਟੇਕ ਲੈਣ ਦਿਓ, ਹੁਣ ਸੰਗਤ ਨੂੰ ਕਾਰਨ ਦੱਸੋ ਵੀ ਅੱਜ ਕਾਰਨ ਕੀ ਹੋਇਆ। ਤੇ ਉਸ ਵੇਲੇ ਸੰਤ ਬਾਬਾ ਸੋਹਣ ਸਿੰਘ ਜੀ ਨੇ ਬੜੇ ਵਿਰਾਗ ਦੇ ਵਿੱਚ ਆ ਕੇ ਬੇਨਤੀ ਸੁਣਾਈ। ਦ੍ਰਿੜ ਸੰਕਲਪ ਕਿਸ ਤਰ੍ਹਾਂ ਹੋਇਆ? ਕਹਿੰਦੇ ਸਾਡੇ ਚਿੱਤ ਦੇ ਵਿੱਚ ਇਹ ਗੱਲ ਇਸ ਤਰ੍ਹਾਂ ਆਈ, ਅਸੀਂ ਬਹੁਤ ਸੋਚਦੇ ਹੁੰਦੇ ਸਾਂ, ਬਹੁਤ ਵਿਚਾਰ ਕਰੀਦੀ ਸੀ ਵੀ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਹਥਿਆਰ ਆ ਗਏ, ਹਥਿਆਰ ਵੀ ਇੰਨੇ ਖਤਰਨਾਕ ਆ ਗਏ, ਐਟਮ ਬੰਬ ਤੇ ਰਾਕਟ ਵਗੈਰਾ, ਹਵਾਈ ਜਹਾਜ਼ ਆਦਿਕ ਜਿਹੜੇ ਜੰਗ ਦੇ ਸਾਧਨ ਇਹੋ ਜਿਹੇ ਆ ਗਏ ਵੀ ਜਿਹੜੇ ਇੱਕ ਮਿੰਟ ਦੇ ਵਿੱਚ ਹੀ ਦੁਨੀਆ ਨੂੰ ਤਬਾਹ ਕਰ ਸਕਦੇ ਆ। ਪਰ ਖਾਲਸੇ ਦੇ ਕੋਲ ਇਸ ਸਮੇਂ ਕੋਈ ਇਹੋ ਜਿਹਾ ਹਥਿਆਰ
ਦੇਖਣ ਵਿੱਚ ਨਹੀਂ ਆ ਰਿਹਾ, ਜਿਹਦੇ ਕਰਕੇ ਖਾਲਸੇ ਦੀ ਫਤਿਹ ਹੋਵੇ ਸੰਸਾਰ ਤੇ। ਦੁਨੀਆ ਤੇ ਖਾਲਸਾ ਰਾਜ ਕਰੇਗਾ ਕਿਵੇਂ? ਕਹਿੰਦੇ ਅਸੀਂ ਜਦੋਂ ਵੀ ਇਹ ਦੋਹਰਾ ਪੜ੍ਹਦੇ ਸਾਂ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਉਸ ਵੇਲੇ ਸਾਡੇ ਅੰਦਰ ਇਹ ਬਹੁਤ ਸੋਚ ਆਉਂਦੀ ਸੀ ਵੀ ਖਾਲਸਾ ਰਾਜ ਕਰੂ ਕਿਵੇਂ। ਦੁਨੀਆ ਦੇ ਵੱਡੇ ਵੱਡੇ ਮੁਲਕਾਂ ਨੇ ਤਾਂ ਵੱਡੇ ਵੱਡੇ ਹਥਿਆਰ ਬਣਾ ਲਏ, ਤੇ ਖਾਲਸੇ ਦੇ ਕੋਲ ਤਾਂ ਇਹੋ ਜਿਹੇ ਹਥਿਆਰ ਨਹੀਂ ਹੈ। ਖਾਲਸਾ ਰਾਜ ਕਰੂ ਕਿਵੇਂ? ਕਹਿੰਦੇ ਮੇਰੇ ਅੰਤਸ਼ਕਰਨ ਦੇ ਵਿੱਚ ਇਹ ਤੀਬਰ ਫੁਰਨਾ ਸੀ, ਤੇ ਮੈਂ ਬੇਨਤੀਆਂ ਵੀ ਕਰਦਾ ਰਹਿੰਦਾ ਸੀ ਮਹਾਰਾਜ ਦੇ ਚਰਨਾਂ 'ਚ, ਇਹ ਸਤਿਗੁਰੂ ਮੇਰੀ ਇਹ ਸ਼ੰਕਾ ਦੂਰ ਕਰੋ ਵੀ ਜਦੋਂ ਵੀ ਖਾਲਸੇ ਦਾ ਰਾਜ ਆਉਣਾ ਹੈ ਤਾਂ ਫਿਰ ਆਊਗਾ ਕਿਵੇਂ। ਕਹਿੰਦੇ ਇਹ ਸ਼ੰਕਾ ਦੂਰ ਕਰਾਉਣ ਦੀ ਬਹੁਤ ਤੀਬਰ ਇੱਛਾ ਮੇਰੇ ਮਨ ਵਿੱਚ ਹੋ ਗਈ। ਤਾਂ ਕਹਿੰਦੇ ਅੱਜ ਅੰਮ੍ਰਿਤ ਵੇਲੇ ਜਦੋਂ ਦਾਸ ਇਸ਼ਨਾਨ ਸੋਧ ਕੇ ਬਿਰਤੀ ਇਕਾਗਰ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ, ਜਪਜੀ ਸਾਹਿਬ ਤੋਂ ਬਾਅਦ ਜਦੋਂ ਗੁਰਸ਼ਬਦ ਅਭਿਆਸ ਵਿੱਚ ਕਹਿੰਦੇ ਦਾਸ ਬੈਠਾ, ਬਿਰਤੀ ਬਹੁਤ ਇਕਾਗਰ ਹੋ ਗਈ। ਇਕਾਗਰ ਹੁੰਦੀ ਹੁੰਦੀ ਬਿਰਤੀ ਐਸਾ ਦ੍ਰਿਸ਼ ਚੱਲ ਪਿਆ, ਉਸ ਦ੍ਰਿਸ਼ ਵਿੱਚ ਕੀ ਤੱਕਿਆ ਕਿ ਇੱਕ ਬਹੁਤ ਵੱਡਾ ਮਹਾਨ ਕਿਲਾ ਬਣਿਆ ਹੋਇਆ ਹੈ। ਉਸ ਕਿਲੇ ਦਾ ਅੰਤ ਕਿਤੇ ਨਹੀਂ ਆ ਰਿਹਾ, ਐਡਾ ਵੱਡਾ ਕਿਲਾ ਦੇਖਣ ਵਿੱਚ ਆ ਰਿਹਾ। ਉਸ ਕਿਲੇ ਦੇ ਵਿੱਚ ਬਹੁਤ ਭਿਆਨਕ ਹਥਿਆਰ ਰੱਖੇ ਹੋਏ ਹੈ। ਇਸ ਦੁਨੀਆ ਦੇ ਐਟਮ ਬੰਬ ਤੇ ਰੌਕਟ ਵਗੈਰਾ ਕੀ ਚੀਜ਼ਾਂ ਨੇ ਜਿਹੜੇ ਜਿਹੇ ਹਥਿਆਰ ਉਸ ਕਿਲੇ ਦੇ ਵਿੱਚ ਪਏ ਸਨ। ਇਹਨਾਂ ਤੋਂ ਕਈ ਹਿੱਸੇ ਵੱਡੇ ਤੇ ਭਿਆਨਕ ਹਥਿਆਰ। ਕਹਿੰਦੇ ਮੈਂ ਉਸ ਕਿਲੇ ਦੇ ਦਰਵਾਜ਼ੇ ਅੱਗੇ ਗਿਆ, ਕਿਲੇ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਅੰਦਰ ਜਾ ਕੇ ਵੇਖ ਲੈਣ ਦਿਓ ਵੀ ਇੱਥੇ ਕੀ ਕੁਛ ਹੈ। ਕਹਿੰਦੇ ਹੁਣ ਅੱਗੇ ਕਿਲੇ ਦੇ ਬੂਹੇ ਤੇ ਮਹਾਬਲੀ ਸਿੰਘ, ਬੜੇ ਭਰਪੂਰ ਤਾਕਤ ਵਾਲਾ ਸਿੰਘ ਸੰਤਰੀ ਜਿਹੜਾ ਖੜਾ, ਉਹਨੇ ਰੋਕ ਦਿੱਤਾ। ਕਹਿੰਦੇ ਜਦ ਤੱਕ ਕਿਲੇ ਦੇ ਕਮਾਂਡਰ ਦੀ ਆਗਿਆ ਨਹੀਂ ਮਿਲਦੀ ਤਾਂ ਅੰਦਰ ਨਹੀਂ ਕੋਈ ਜਾ ਸਕਦਾ। ਕਮਾਂਡਰ ਨੂੰ ਪੁੱਛਣਾ ਪਏਗਾ, ਜੇ ਕਮਾਂਡਰ ਦਾ ਹੁਕਮ ਹੋਇਆ ਤਾਂ ਅੰਦਰ ਜਾਓਗੇ। ਕਹਿੰਦੇ ਮੈਂ ਉਸ ਸੰਤਰੀ ਨੂੰ ਬਾਰ-ਬਾਰ ਕਹਿ ਰਿਹਾ ਸੀ ਵੀ ਮੈਂ ਗੁਰੂ ਕਾ ਸਿੰਘ ਹਾਂ ਤੇ ਮੈਨੂੰ ਅੰਦਰ ਜਾਣ ਦਿਓ। ਕਹਿੰਦੇ ਉਹ ਸੰਤਰੀ ਸਾਨੂੰ ਕਹਿ ਰਿਹਾ ਸੀ ਵੀ ਨਹੀਂ ਤੁਸੀਂ ਅੰਦਰ ਨਹੀਂ ਇੱਦਾਂ ਜਾ ਸਕਦੇ ਜਦ ਤੱਕ ਕਮਾਂਡਰ ਨਹੀਂ ਕਹਿੰਦਾ। ਕਹਿੰਦੇ ਮੈਂ ਅਜੇ ਬੇਨਤੀਆਂ ਹੀ ਕਰਦਾ ਸੀ ਕਿ ਇੰਨੇ ਚਿਰ ਨੂੰ ਸੰਤ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਕਿਲੇ ਦੇ ਵਿੱਚੋਂ ਬਾਹਰ ਆਏ, ਤੇ ਉਹਨਾਂ ਸਾਰਿਆਂ ਨੇ ਉੱਠ ਕੇ ਸੰਤਾਂ ਦਾ ਸਤਿਕਾਰ, ਜਿੰਨੇ ਵੀ ਉੱਥੇ ਸਨ ਸਭ ਨੇ ਕੀਤਾ। ਗਾਰਦ ਨੇ ਸੰਤਾਂ ਨੂੰ ਸਲਾਮੀ ਦਿੱਤੀ। ਫਿਰ ਜਿਹੜਾ ਗਾਰਦ ਦਾ ਕਮਾਂਡਰ ਜਿਹੜਾ ਰੋਕ ਰਿਹਾ ਸੀ, ਗਾਰਦ ਦੇ ਕਮਾਂਡਰ ਨੇ ਮੈਨੂੰ ਆਪ ਜੀ ਦੇ ਨਾਲ ਮਿਲਾਇਆ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਜਦੋਂ ਮੇਰਾ ਮਿਲਾਪ ਹੋਇਆ, ਕਹਿੰਦੇ ਮੈਂ ਆਪ ਜੀ ਨੂੰ ਮੱਥਾ ਟੇਕਣ ਲੱਗਾ ਤਾਂ ਆਪ ਜੀ ਨੇ ਮੇਰੀ ਬਾਂਹ ਫੜ ਲਈ ਤੇ ਆਪਣੀ ਜੱਫੀ ਵਿੱਚ ਲੈ ਲਿਆ। ਕਹਿੰਦੇ ਮੈਨੂੰ ਕਹਿਣ ਦੀ ਲੋੜ ਨਾ ਪਈ। ਫਿਰ ਆਪ ਜੀ ਨੇ ਮੇਰੀ ਸੱਜੀ ਬਾਂਹ ਫੜੀ ਤੇ ਆਪਣੇ ਸੱਜੇ ਪਾਸੇ ਨਾਲ ਮੈਨੂੰ ਕਿਲੇ ਵਿੱਚ ਲੈ ਗਏ। ਫਿਰ ਕਹਿੰਦੇ ਦਾਸ ਨੂੰ ਸਾਰਾ ਕਿਲਾ ਦਿਖਾਇਆ, ਸ਼ਸਤਰ ਵੀ ਦਿਖਾਏ ਔਰ ਦੱਸਣਾ ਕੀਤਾ, ਸੰਤ ਜੀ ਫਿਕਰ ਨਾ ਕਰਿਆ ਕਰੋ, ਜਿੱਦਣ ਸਮਾਂ ਆਇਆ ਖਾਲਸੇ ਦਾ, ਜਿੱਦਣ ਰਾਜ ਪਰਮੇਸ਼ਰ ਨੇ ਕਰਨਾ, ਆ ਸਾਰੇ ਸ਼ਸਤਰ ਉਸ ਵੇਲੇ ਕੰਮ ਆਉਣਗੇ। ਉਸ ਵੇਲੇ ਉੱਥੇ ਦੱਸਿਆ ਸਿੰਘਾਂ ਨੇ ਵੀ ਇਹ ਸੰਤ ਬਾਬਾ ਜਵਾਲਾ ਸਿੰਘ ਜੀ ਹਨ, ਜਿਨ੍ਹਾਂ ਦੀ ਇੱਥੇ ਸਾਰੀ ਨਿਗਰਾਨੀ, ਇਹਨਾਂ ਦੇ ਅੰਡਰ ਹੀ ਇਹ ਸਾਰਾ ਕਾਰਜ ਹੋ ਰਿਹਾ ਹੈ। ਉਸ ਵੇਲੇ ਕਹਿੰਦੇ ਸਾਡੀ ਬਿਰਤੀ ਉਥਾਨ ਹੋਈ, ਐਸਾ ਪ੍ਰੇਮ, ਐਸੀ ਸ਼ਰਧਾ ਅੰਦਰ ਆ ਗਈ ਬਈ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕੋਈ ਆਮ ਸਧਾਰਨ ਸਾਧੂ ਨਹੀਂ ਹੈ। ਇਹ ਤਾਂ ਬਹੁਤ ਵੱਡੀਆਂ ਫੌਜਾਂ ਦੇ ਮਾਲਕ ਹਨ ਔਰ ਮਹਾਰਾਜ ਨੇ ਇਹਨਾਂ ਦੇ ਸਪੁਰਦ ਤਾਂ ਬੜੇ ਬੜੇ ਮੋਰਚੇ ਕੀਤੇ ਹੋਏ ਆ। ਤਾਂ ਕਹਿੰਦੇ ਸਾਡੇ ਹਿਰਦੇ ਵਿੱਚ ਅੱਜ ਇਹ ਗੱਲ ਆਈ ਸੀ ਵੀ ਜਦੋਂ ਵੀ ਸੰਤ ਬਾਬਾ ਜਵਾਲਾ ਸਿੰਘ ਜੀ ਸਰੀਰ ਕਰਕੇ ਮਿਲਣਗੇ ਤਾਂ ਇਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਣਾ।
फिर संत महाराज उस वेले मुश्कड़ियां विच मुस्करा रहे सी, हस रहे सी। ये सुपन दर्शन होया करते। चार तरह के दर्शन विद्वाना ने मन्ने ने। एक सरवण दर्शन ने, जितनी भी संगत पिछले 25 दिनों तो आप जी संत जी महाराज का जीवन सुन रहे हो, जिन्हों ने प्यार के नाल वचन सुने हैं महापुरखों के जीवन के, दावे के नाल ये गल कही जा सकती है, उन्होंने नाल दी नाल संत महाराज के दर्शन किए। जितने भी कौतुक तुसीं संत महाराज के जीवन के सुने हैं, संत बाबा ज्वाला सिंह जी के आप जी ने सरवण दर्शन किए हैं। सुन के बिल्कुल उस तरह जिहड़ा वरतांत चलदा हुंदा सी, जिहड़ी साखी चलदी हुंदी सी, बिरती बिल्कुल उत्थे गई हुंदी सी। उस समय दे विच आपां बिल्कुल उस वेले जी रहे हुंदे सां। वो समा साडियां अखां दे अग्गों ऐ लंघ रहा सी जिवें आपां उस वेले शरीर करके हाज़र होईए। इहनूं सरवण दर्शन कहंदे। एक चित्र दर्शन हुंदे हैं, जिस तरह साधु संतां महापुरखां अथवा गुरु साहिबां दे शहीदां सिंघां दीयां तस्वीरां बनाईयां होईयां, जदों चित्र देखीदे है, उन्होंने देख के गुरु साहिब की याद अंदर वसदी है। जिवें गुरु नानक महाराज जी दीयां किन्ने तरह दीयां तस्वीरां, किन्ने तरह के स्वरूप हैं। अलग अलग आर्टिस्टां ने अलग अलग तरह के स्वरूप बनाए महाराज जी के, पर जिस भी आर्टिस्ट का बनाया होया तुसीं स्वरूप देख लो, उन्होंने वेख के गुरु नानक महाराज की याद आती है। गुरु गोबिंद सिंह महाराज जी दीयां किन्ने तरह दीयां तस्वीरां आर्टिस्टां ने बनाईयां ने, पर उन्होंने तस्वीरां नूं देख के गुरु गोबिंद सिंह महाराज दीयां कुर्बानियां का चेता आता है। संतां साधु महापुरखां दीयां तस्वीरां अपने घरां दे विच आपां नूं साध संगत जी गुरु साहिबां दीयां, महापुरखां दीयां, शहीदां सिंघां दीयां, सत्कारत हस्तियां दीयां तस्वीरां लाउणीआं चाहीदियां ने। क्यों लाउणीआं चाहीदियां ने आप जी सुन चुके हो। जिहदी तस्वीर देखांगे उहदे बारे अंदर ख्याल चलेगा, उहदे बारे अंदर तरंगां छिड़नगियां। गुरु नानक महाराज जी की तस्वीर नूं तुसीं जदों भी देखोगे प्यार दे नाल, गुरु नानक महाराज की जिहड़ी जिहड़ी साखी तुहानूं याद होएगी, एकदम वो सारियां साखियां तुहाडे अखां सामने सुरती दे विच घुम जाणगीआं। दसां पातशाहियां दे स्वरूप, संतां महापुरखां दे स्वरूप, उन्होंने वेख के अंदर एक चंगी तरंग छिड़दी है, अंदर एक चंगी भावना बनती है प्रेम। सिख बेशक तस्वीरां दा पुजारी नहीं, पर इहदे पिछे एक बहुत वड्डा कारण है। जदों तुहाडे घरां दे विच फिल्मी एक्टरां दीयां तस्वीरां लगणगीआं, गंद मंद दीयां भरीआं तस्वीरां लगणगीआं, उन्हां तस्वीरां दा गलत असर तुहाडी बिरती ते होएगा ही होएगा। ते जे गुरु महापुरखां दीयां तस्वीरां होणगीआं, गुरु साहिबां दीयां होणगीआं तस्वीरां, उहदा चंगा असर पएगा ही। चित्र दर्शन का बहुत वड्डा लाभ होता है। ते तीसरे नंबर पर मन्ने ने जी सुपन दर्शन। सुपने दे विच दर्शन जो आप जी जिवें बाबा सोहण सिंह साहिब जी का ये वरतांत सुन के हटे, सुपने दे विच दर्शन हो जाने। फिर एक हुंदे ने साख्यात दर्शन, सामने प्रतख प्रगट हो जाना महाराज। जिवें बाबा नंद सिंह जी का जिक्र आउंदा है, बाबा नंद सिंह जी नानसर कलेरां वालियां ने गुरु नानक महाराज जी के दर्शन किए सी, प्रतख दर्शन। होर भी अनेकां साधु संत महात्मा महापुरखां का जिक्र आउंदा है भी जदों उन्होंने प्रतख दर्शन होए गुरु साहिबां दे। गुरु महाराज किते गए नहीं साध संगत जी, महाराज जे प्रतख रूप दसां पातशाहियां दे रूप श्री गुरु ग्रंथ साहिब महाराज हाजर नाजर ने। पर जे कोई सिख चाहे दसां पातशाहियां दे उस वेले स्वरूप सन, गुरु नानक महाराज जां गुरु अंगद देव महाराज, दसे पातशाहियां का जिक्र कर लो। दसे पातशाहियां हैं तो एको ही रूप, पर कई बारी हिरदे दे अंदर किसी विशेष गुरु महाराज के उत्ते बहुती श्रद्धा होती है। जिवें कई गुरसिखां नूं गुरु नानक महाराज से बहुत प्रेम होता है, सत्कार तो वो दसां पातशाहियां दे करते हैं, पर अंदर एक भावना बन जाती है। कईयां नूं गुरु रामदास महाराज सच्चे पातशाह जी का बहुत हिरदे विच प्रेम आता है। तो कई गुरसिख ऐसे भी सानू मिले जिन्होंने छेवें पातशाह गुरु हरगोबिंद साहिब महाराज सच्चे पातशाह जी का बहुत बहुत प्यार अंदर भरिया हुआ है।
ਤੇ ਕਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨਾਲ ਹਿਰਦੇ ਤੋਂ ਬਹੁਤ ਸਨੇਹ ਕਰਦੇ ਆ। ਇਹਦਾ ਮਤਲਬ ਇਹ ਨਹੀਂ ਵੀ ਉਹ ਦਸਾਂ ਪਾਤਸ਼ਾਹੀਆਂ 'ਚ ਕੋਈ ਫਰਕ ਕਰਦੇ, ਨਹੀਂ ਨਹੀਂ ਸਾਧ ਸੰਗਤ ਜੀ, ਇੱਕ ਕੋਈ ਸੰਬੰਧ ਹੁੰਦਾ ਹੈ ਅੰਦਰੋਂ ਬਿਰਤੀ ਦਾ। ਇੱਕ ਸਾਡੇ ਬੜੇ ਸਤਿਕਾਰਯੋਗ ਮਹਾਂਪੁਰਸ਼ ਨੇ ਸੰਤ ਬਾਬਾ ਹਾਕਮ ਸਿੰਘ ਜੀ, ਇਸ ਵੇਲੇ ਉਹਨਾਂ ਦੀ ਸਰੀਰਕ ਉਮਰ ਤਕਰੀਬਨ 100 ਸਾਲ ਤੋਂ ਉੱਤੇ ਹੈ। ਬੜੇ ਮਹਾਨ ਤਪਸਵੀ ਨੇ। ਇੱਕ ਪਹਾੜ ਦੇ ਵਿੱਚ ਗੁਫਾ ਜਿਹੀ ਬਣਾਈ ਹੋਈ ਹੈ, ਉਹਦੇ ਵਿੱਚ ਹੀ ਰਹਿੰਦੇ ਆ। ਅਸਥਾਨ ਬੜਾ ਸੁੰਦਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ਪਹਾੜ ਦੇ ਉੱਤੇ। ਉੱਥੇ ਰਹਿੰਦੇ ਮਹਾਂਪੁਰਖ। ਉਹਨਾਂ ਦੇ ਕੋਲ ਜਦੋਂ ਵੀ ਜਾਈਏ, ਉਹਨਾਂ ਦੀ ਗੁਫਾ ਦੇ ਵਿੱਚ ਜਦੋਂ ਵੀ ਜਾ ਕੇ ਉਹਨਾਂ ਦੇ ਚਰਨ ਪਰਸੀਏ, ਤੇ ਉਹ ਹਮੇਸ਼ਾ ਕਹਿਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੋਈ ਸਾਖੀ ਸੁਣਾਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਦੀ ਕੋਈ ਗੱਲ ਸੁਣਾਓ। ਉਹ ਹਮੇਸ਼ਾ ਇਹੀ ਕਹਿੰਦੇ ਨੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੋਈ ਵੀ ਸਾਖੀ, ਮਹਾਰਾਜ ਦੀ ਵਡਿਆਈ ਦਾ ਕੋਈ ਵੀ ਵਚਨ ਸੁਣਾਈਏ, ਬਹੁਤ ਪ੍ਰਸੰਨ ਹੁੰਦੇ, ਬੜੀਆਂ ਖੁਸ਼ੀਆਂ ਦਿੰਦੇ। ਤੋ ਇਸ ਪ੍ਰਕਾਰ ਵੱਖੋ ਵੱਖਰੀ ਭਾਵਨਾ ਹੁੰਦੀ ਹੈ ਜੀ ਅੰਦਰ। ਇਹਨੂੰ ਭਾਵਨਾ ਵਾਲੇ ਸਮਝ ਸਕਦੇ ਆ। ਭਾਵਨਾ ਤੋਂ ਵਿਹੂਣਿਆਂ ਦੇ ਇਹ ਪੱਲੇ ਪੈਣ ਵਾਲੀਆਂ ਗੱਲਾਂ ਨਹੀਂ ਹੈਗੀਆਂ। ਹੁਣ ਇੱਕ ਤਪਸਵੀ ਜੋ ਕਿ ਸੰਤ ਜੀ ਮਹਾਰਾਜ ਦੇ ਨਾਲ ਜਿਹਦਾ ਮਿਲਾਪ ਹੋਇਆ, ਮਹਿਤਾਬ ਸਿੰਘ ਉਹਦਾ ਨਾਮ ਸੀ, ਤੇ ਉਹ ਬਹੁਤ ਤਪ ਕਰਦਾ ਸੀ। ਸੰਤ ਬਾਬਾ ਹੀਰਾ ਸਿੰਘ ਜੀ ਹੋਏ ਨੇ ਸਿੰਗੜੀਵਾਲ ਦੇ, ਉਹਨਾਂ ਤੋਂ ਉਹਨਾਂ ਸ਼ਬਦ ਲਿਆ ਸੀ, ਗੁਰਮੰਤਰ ਲਿਆ ਸੀ। ਤੋ ਉਹ ਮਹਾਂਪੁਰਖ ਤਪੱਸਿਆ ਕਰਦੇ ਸੀ ਕੁਟੀਆ ਬਣਾ ਕੇ। ਤੋ ਇੱਕ ਵਾਰੀ ਸੰਤ ਜੀ ਮਹਾਰਾਜ ਸੰਤ ਬਾਬਾ ਜਵਾਲਾ ਸਿੰਘ ਜੀ ਸਹਿਜ ਸੁਭਾਅ ਕਾਲਰੇ ਪਿੰਡ ਜਦੋਂ ਗਏ, ਉੱਥੇ ਉਹਨਾਂ ਦੀ ਕੁਟੀਆ ਸੀ ਬਾਹਰ ਖੇਤਾਂ ਵਿੱਚ। ਤੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਨਾਲ 5-7 ਸੇਵਾਦਾਰ, ਸੰਤ ਜੀ ਮਹਾਰਾਜ ਉਥੇ ਕੁਟੀਆ ਦੇ ਵਿੱਚ ਚਲੇ ਗਏ। ਕੁਟੀਆ ਦੇ ਬਾਹਰ ਚੰਗੇ ਦਰਖਤ ਲੱਗੇ ਹੋਏ ਸੀ, ਤੇ ਸੰਤ ਮਹਾਰਾਜ ਉਹਨਾਂ ਦਰਖਤਾਂ ਦੀ ਛਾਵੇਂ ਬੈਠ ਗਏ ਜਾ ਕੇ। ਹੁਣ ਉਹ ਜਿਹੜਾ ਤਪਸਵੀ ਸਾਧੂ ਸੀ ਮਹਿਤਾਬ ਸਿੰਘ, ਉਹ ਅੰਦਰ ਬੈਠਾ ਆਪਣਾ ਜਪ ਕਰ ਰਿਹਾ ਸੀ। ਤੇ ਉਸ ਵੇਲੇ ਉਹਦੇ ਅੰਦਰ ਖਿੱਚ ਪਈ, ਤੇ ਇੱਕਦਮ ਉੱਠ ਕੇ ਬਾਹਰ ਆਇਆ। ਦੇਖਿਆ ਦਰਖਤਾਂ ਦੇ ਹੇਠਾਂ ਮਹਾਂਪੁਰਖ ਖੜੇ, ਪੂਰਬਲੇ ਭਾਗ ਜਾਗ ਪਏ ਮੇਰੇ। ਬੜੀ ਕਾਹਲੀ ਦੇ ਨਾਲ ਮਹਾਂਪੁਰਸ਼ਾਂ ਦੇ ਕੋਲ ਆਇਆ। ਤਾਂ ਉਸ ਵੇਲੇ ਅਜੇ ਸੰਤ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੂੰ ਤਪਸਵੀ ਜੀ ਨਮਸਕਾਰ ਕਰਨ ਹੀ ਲੱਗੇ, ਵੀ ਸੰਤ ਜੀ ਮਹਾਰਾਜ ਇੱਕਦਮ ਬੜੀ ਤੇਜ਼ੀ ਦੇ ਨਾਲ, ਬਿਜਲੀ ਦੀ ਤਰ੍ਹਾਂ ਤੇਜ਼ੀ ਦੇ ਨਾਲ ਸੰਤ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੇ ਉਸ ਸਾਧੂ ਮਹਿਤਾਬ ਸਿੰਘ ਤਪਸਵੀ ਨੂੰ ਮੱਥਾ ਟੇਕ ਦਿੱਤਾ। ਹੁਣ ਮੱਥਾ ਤਾਂ ਉਹਨਾਂ ਨੇ ਟੇਕਣਾ ਸੀ, ਪਰ ਮੱਥਾ ਟੇਕਦਾ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਨੇ। ਇਹ ਦੇਖ ਕੇ ਸਾਧੂ ਮਹਿਤਾਬ ਸਿੰਘ ਜਿਹੜਾ ਸੀ ਤਪਸਵੀ, ਉਹ ਉਦਾਸ ਹੋ ਗਿਆ, ਉਹਦੇ ਨੇਤਰਾਂ 'ਚ ਜਲ ਆ ਗਿਆ। ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਸੰਤ ਜੀ ਉਦਾਸ ਨਾ ਹੋਵੋ, ਅਸੀਂ ਤਾਂ ਤੁਹਾਡੇ ਭਗਵੇਂ ਭੇਸ ਨੂੰ ਨਮਸਕਾਰ ਕੀਤੀ ਹੈ, ਤੁਹਾਡੇ ਇਸ ਪਹਿਰਾਵੇ ਨੂੰ ਨਮਸਕਾਰ ਕੀਤੀ ਹੈ। ਹੁਣ ਉਹ ਤਪਸਵੀ ਸਾਧੂ ਨੂੰ ਮਹਾਂਪੁਰਖ ਪੁੱਛਣ ਲੱਗੇ ਵੀ ਜੀਵਨ ਦੀ ਕਿਰਿਆ ਕੀ ਹੈ, ਜ਼ਿੰਦਗੀ ਦੇ ਦਿਨ ਕਿਸ ਤਰ੍ਹਾਂ ਪੂਰੇ ਕਰ ਰਹੇ ਹੋ। ਸਰੀਰ ਨੂੰ ਕੋਈ ਨਾ ਕੋਈ ਆਧਾਰ ਦੇਣਾ ਪੈਂਦਾ ਹੈ, ਤੇ ਕੀ ਆਧਾਰ ਦਿੰਦੇ ਹੋ। ਤਾਂ ਉਸ ਵੇਲੇ ਤਪਸਵੀ ਕਹਿੰਦਾ, ਮਹਾਰਾਜ ਜੀ ਦਾਸ ਆਪਣੇ ਸਰੀਰ ਦੇ ਆਧਾਰ ਵਾਸਤੇ ਗਜਾ ਕਰਕੇ ਲਿਆਉਂਦਾ 5 ਘਰਾਂ ਦੇ ਵਿੱਚੋਂ ਜੋ ਕੁਝ ਮਿਲ ਜਾਵੇ। ਸਿਰਫ 5 ਘਰਾਂ ਵਿੱਚ ਜਾਈਦਾ 8 ਪਹਿਰਾਂ ਬਾਅਦ, ਜੋ ਰੁੱਖੀ ਮਿੱਸੀ ਮਿਲ ਜਾਏ, ਬੇਹੀ ਹੋਵੇ ਬੇਸ਼ੱਕ, 5 ਘਰਾਂ ਵਿੱਚੋਂ ਮੰਗਣੀ ਹੈ, 6ਵੇਂ ਘਰ ਵਿੱਚ ਨਹੀਂ ਜਾਣਾ, ਵਾਪਸ ਆ ਜਾਣਾ। ਰੁੱਖੀ ਮਿੱਸੀ ਖੂਹ ਤੇ ਬੈਠ ਕੇ ਜਲ ਦੇ ਨਾਲ ਛਕ ਲੈਣੀ, ਤ੍ਰਿਪਤ ਹੋ ਕੇ ਮਾਲਕ ਦਾ ਸ਼ੁਕਰਗੁਜ਼ਾਰ ਕਰਨਾ। ਮਹਾਰਾਜ ਬਾਬਾ ਜਵਾਲਾ ਸਿੰਘ ਕਹਿੰਦੇ, ਤਪਸਵੀ ਜੀ ਰਾਤ ਨੂੰ ਭੁੱਖ ਤਾਂ ਨਹੀਂ ਲੱਗਦੀ। ਕਹਿੰਦੇ ਮਹਾਰਾਜ ਜੀ ਜੇ ਲੋੜ ਪੈ ਜਾਵੇ ਤਾਂ ਕੋਈ ਇੱਕ ਅੱਧਾ ਪ੍ਰਸ਼ਾਦਾ ਬਚਿਆ ਹੋਵੇ, ਉਹ ਪਾਣੀ ਵਿੱਚ ਭੇਂ ਕੇ ਛਕ ਲੈਂਦਾ, ਪਰ ਦੁਬਾਰਾ ਪਿੰਡ ਨਹੀਂ ਜਾਈਦਾ ਕਦੇ।
महाराज कहन लगे जे ये कुटिया देख के कोई राहगीर जाता होया आ जाए, कोई अभ्यागत आ जाए तो फिर उन्होंने की वरताउने हो। तपस्वी जी कहते जे कोई अभ्यागत कोई राही साडे खाने के समय आ जाए तो जिन्नी उन्होंने लोड़ होवे वो छका देईदा, कुछ बच जाए तो आप छक लईदा, नहीं तो 8 पहरों तक इंतजार करी दी, अगले 8 पहर होणगे तो दोबारा भिखिया मंगण जावांगे, नहीं तो जाईदा। संत जी महाराज ये वचन सुन के बहुत खुश होए, आश कर उठे, ने वाह वाह कहा। फिर संतां ने कहा भी ठीक है, तू सच्ची तपस्वी है। अपने नाल दे जग्यासू उन्हां पर इशारा करके कहा भी प्रगट होवे तां फिर इदां दा होवे, ऐदा सबर दे नाल दिन कट्टे। फिर महाराज जी ने कहा तपस्वी जी माड़ा ही फेरी जाने हो कि कोई शांति भी प्राप्त हुई, अंदर टिकया कुछ? तो तपस्वी जी उस वेले रोन लग पे, विराग नाल भर गए, महाराज के चरणों च डंडौत कर ली, डिगे। उस समय महाराज जी ने तपस्वी महताब सिंह नूं अपने हत्थां नाल चक्या, उठाया, कोल बिठा लिया। उस वेले महापुरुष पुछदे, कहंदे तपस्वी जी 10 ही गुरु साहिबां दे विचों किहड़े गुरु महाराज नाल ज़्यादा प्यार है? तो उस वेले तपस्वी महताब सिंह कहन लगा, कहना महाराज है तो 10 ही जोतां इक्को ही, पर बंदी छोड़ 6वें सतगुरु गुरु हरगोबिंद साहिब जी महाराज नाल मेरा बहुता अंदरों प्यार है। फिर संत महाराज ने ऐसी कृपा की, बड़ी महान कृपा दृष्टि भर के कहते तपस्वी जी ने कहा, महाराज जी ने बाबा ज्वाला सिंह जी ने कहते तपस्वी जी साड़ी निगाह विच निगाह पा के देखो। कहते जदों मैं तपस्वी जी कहते हैं भी जदों मैं संत महाराज का बचन मन के संत महाराज की निगाह नाल निगाह मिलाई तो की देखिया, संत बाबा ज्वाला सिंह जी बैठे, साक्षात्कार 6वें पातशाह बंदी छोड़ सतगुरु गुरु हरगोबिंद साहिब जी महाराज खड़े है। कहते महाराज 6वें पातशाह कल्ले नहीं खड़े, नाल ही कहते मेरे गुरुदेव संत हीरा सिंह जी सिंगड़ी वाली महापुरख वो भी खड़े है। उन्होंने दे गल भगवी गाती लाई हुई है, हाथ जोड़ के खड़े है। कहते धरती ते नमस्कार की तपस्वी जी ने, धन महाराज अज अंदर नूं टका बख्श दिता तुसीं दर्शन दे के। जद सीस चक्या तो सामने संत जी महाराज बैठे। संत जी महाराज ने बचन किया भी तुसीं डेरे संतगढ़ आयो साडे कोल। फिर उत्थे गए और संत महाराज को जाते आउंदे फिर मिलाप होंदा ही रहा, अंदरली अवस्था बचन विलास। संत जी महाराज हुण जदों भी पुछया करन हुण बिरती कैसी है, तो तपस्वी जी नमस्कार कर दिया करन, कहण दाता जी हुण तां ऐसी मेहर कर दित्ती तुसीं भी जींदे जी मुक्त हो गया, जीवन मुक्ति 84 के गेड़ विचों कहंदे दास नूं तुसीं कढ लिया, ऐसा प्यार तुसीं बख्श दिता। सो इस तरह नाल संत जी महाराज का इतना साधुओं के नाल प्यार होर के ओढ़क की मंजिल ते पहुँचाया, राह दसिया। सो इस तरह नाल एक 1933 दे विच एक साधु तकरीबन 60 साल का डेरे आ गया। संत जी महाराज उन्होंने दिनों दे विच माझे वाल गए हुए सी थोड़े दिनों में। उसका नाम सी दयाल सिंह। दयाल सिंह 60 साल की उम्र का डेरे आया महाराज की गैर हाजरी में, और डेरे के सेवादारां ते लगा अपना प्रभाव पाउण भी मैं बड़ा तपस्वी हाँ, मेरे च बड़ियां शक्तियां ने, मैं चौथी अवस्था में एक चुटकी वजांदियां ही सेवक नूं पहुँचा सकदा।
ਇੱਕ ਚੁਟਕੀ ਮਾਰਾਂ ਤਾਂ ਆਪਣੇ ਸੇਵਕ ਦੀ ਅਵਸਥਾ ਨੂੰ ਚੌਥੀ ਪਦਵੀ ਤੱਕ ਪਹੁੰਚਾ ਦਿਆਂਗਾ। ਸੰਤ ਜੀ ਮਹਾਰਾਜ ਜਦੋਂ ਮਾਝੇ ਵੱਲ ਨੂੰ ਗਏ ਸਨ ਤਾਂ ਪਿੰਡ ਧਗਾਨਗੜ੍ਹ ਦਾ ਸੇਵਕ ਸੀ, ਸਵਾਮੀ ਕਰਤਾਰ ਸਿੰਘ ਉਹਦਾ ਨਾਂ ਸੀ। ਮਹਾਰਾਜ ਜੀ ਨੇ ਕੁਛ ਸਮਾਂ 40 ਦਿਨ ਗੁਪਤ ਬੈਠ ਕੇ ਉਹਨੂੰ ਭਜਨ ਕਰਨ ਵਾਸਤੇ ਹੁਕਮ ਕੀਤਾ ਸੀ। ਉਹਨੂੰ ਭਜਨ ਕਰਨ ਵਾਸਤੇ ਸੰਤ ਮਹਾਰਾਜ ਉਹਦਾ ਚਲੀਸਾ ਸ਼ੁਰੂ ਕਰਾ ਕੇ ਤੇ ਆਪ ਮਾਝੇ ਵੱਲ ਨੂੰ ਚਲੇ ਗਏ ਸੀ। ਹੁਣ ਉਹਦੇ ਅਜੇ 15 ਦਿਨ ਵੀ ਨਹੀਂ ਸੀ ਬੀਤੇ ਬਈ ਇਹ ਦਿਆਲ ਸਿੰਘ ਨਾਮ ਦਾ ਸੰਤ 60 ਸਾਲ ਦੀ ਜਿਹਦੀ ਉਮਰ ਸੀ, ਇਹ ਆ ਗਿਆ ਡੇਰੇ। ਇਹ ਡੇਰੇ ਦੇ ਸਾਧੂਆਂ ਸੇਵਾਦਾਰਾਂ ਦੇ ਉੱਤੇ ਵੀ ਪ੍ਰਭਾਵ ਪਾਉਣ ਲੱਗਾ ਵੀ ਮੇਰੀ ਬਿਰਤੀ ਬੜੀ ਚੰਗੀ ਆ, ਮੇਰੀ ਕਮਾਈ ਬਹੁਤ ਆ, ਭਰਮਾਉਣ ਲੱਗਾ ਵਡਿਆਈ ਆਪਣੀ ਕਰ ਕਰਕੇ। ਇੱਕ ਮਿੰਟ ਵਿੱਚ ਚੁਟਕੀ ਦੇ ਵਜਾਉਣ ਦੇ ਨਾਲ ਹੀ ਕਹਿੰਦਾ ਮੈਂ ਤੁਰੀਆ ਅਵਸਥਾ ਵਿੱਚ ਪਹੁੰਚਾ ਸਕਦਾ ਆਪਣੇ ਸੇਵਕ ਨੂੰ। ਸਵਾਮੀ ਕਰਤਾਰ ਸਿੰਘ ਜੀ ਦਾ ਚਲੀਸਾ ਮਹਾਰਾਜ ਸ਼ੁਰੂ ਕਰਾ ਕੇ ਗਏ ਸੀ, ਉਹਦਾ ਚਲੀਸਾ ਵੀ ਵਿੱਚੇ ਤੜਾਤਾ, ਉਹਨੂੰ ਵੀ ਠਾਲ ਲਿਆਂਦਾ। ਕਹਿੰਦੇ ਤੈਨੂੰ ਇੰਨੀ ਸਖਤ ਘਾਲਣ ਦੀ ਕੀ ਲੋੜ ਆ, ਜਦ ਮੇਰੇ ਵਰਗੇ ਇੱਥੇ ਬੈਠੇ ਆ। 1 ਮਿੰਟ ਦੇ ਵਿੱਚ ਤਾਂ ਤੁਰੀਆ ਪਦ ਦੇ ਵਿੱਚ ਅਸੀਂ ਪਹੁੰਚਾ ਸਕਦੇ ਹਾਂ, ਤੈਨੂੰ 40 ਦਿਨ ਅੰਦਰ ਵੜ ਕੇ ਬੈਠਣ ਦੀ ਕੀ ਲੋੜ ਆ। ਤੁਹਾਡੇ ਤਾਂ ਸੰਤਾਂ ਨੇ ਐਵੇਂ ਹੀ ਤੁਹਾਨੂੰ ਅੰਦਰ ਵਾੜ ਕੇ ਬਿਠਾ ਦਿੱਤਾ। ਸਵਾਮੀ ਜੀ ਦਾ ਚਲੀਸਾ ਤੜਾਤਾ, ਇੰਨੇ ਜਪ ਤਪ ਕਰਨ ਦੀ ਅਖਰ ਕੀ ਲੋੜ ਆ। ਹੁਣ ਇਸ ਤਰ੍ਹਾਂ ਦੇ ਨਾਲ ਸੰਤ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਤਕਰੀਬਨ 15 ਕੁ ਦਿਨਾਂ ਬਾਅਦ ਜਦ ਆਏ, ਆ ਕੇ ਮਹਾਂਪੁਰਸ਼ਾਂ ਦੇ ਸੇਵਕਾਂ ਨੇ ਡੇਰੇ ਦੇ ਜਿੰਨੇ ਸਾਧੂ ਸੀਗੇ ਮਹਾਰਾਜ ਜੀ ਨੂੰ ਸਾਰੀ ਗੱਲ ਦੱਸੀ ਵੀ ਆਹ ਗੱਲ ਹੋਈ ਹੈ ਜੀ ਇੱਥੇ। ਕਰਤਾਰ ਸਿੰਘ ਨੇ ਜਦੋਂ ਆ ਕੇ ਨਮਸਕਾਰ ਕੀਤੀ, ਸੰਤ ਜੀ ਮਹਾਰਾਜ ਕਹਿਣ ਲੱਗੇ ਸਵਾਮੀ ਜੀ ਤੁਹਾਨੂੰ ਤਾਂ ਅਸੀਂ 40 ਦਿਨ ਵਾਸਤੇ ਅੰਦਰ ਬਿਠਾਲ ਕੇ ਗਏ ਸੀ, ਤੁਸੀਂ ਆਪਣਾ ਨੇਮ ਪੂਰਾ ਕਰ ਲਿਆ ਜਾਂ ਕੀ ਗੱਲ ਐਸੇ ਵੇਲੇ ਤੁਸੀਂ ਬਾਹਰ ਤੁਰੇ ਫਿਰਦੇ ਹੋ। ਤੇ ਸੇਵਾਦਾਰਾਂ ਨੇ ਗੱਲ ਦੱਸੀ, ਕਹਿੰਦੇ ਜੀ ਦਿਆਲ ਸਿੰਘ ਨੇ ਇਹਨਾਂ ਨੂੰ 40 ਦਿਨ ਪੂਰੇ ਕਰਨ ਹੀ ਨਹੀਂ ਦਿੱਤੇ, ਇਹਨਾਂ ਨੂੰ ਬਾਹਰ ਕੱਢ ਲਿਆ ਕਿ ਇਹਨਾਂ ਜਪ ਤਪ ਕਰਨ ਦੀ ਕੀ ਲੋੜ ਆ। ਸੰਤ ਜੀ ਮਹਾਰਾਜ ਕਹਿੰਦੇ ਅੱਛਾ। ਕਹਿੰਦੇ ਮਹਾਰਾਜ ਉਹ ਤਾਂ ਕਹਿੰਦਾ ਇੱਕ ਚੁਟਕੀ ਦੇ ਵਿੱਚ ਮੈਂ ਤੁਰੀਆ ਪਦ ਵਿੱਚ ਪਹੁੰਚਾ ਦਿਆਂਗਾ, ਚੌਥੀ ਪਦ ਵਿੱਚ ਪਹੁੰਚਾ ਦਿਆਂਗਾ। ਸੰਤ ਮਹਾਰਾਜ ਕਹਿੰਦੇ ਸਵਾਮੀ ਜੀ ਕਿੱਦਾਂ ਫਿਰ ਚੌਥੀ ਪਦ ਵਿੱਚ ਪਹੁੰਚਾਤਾ ਉਹਨੇ ਸੰਤ ਦਿਆਲ ਸਿੰਘ ਨੇ। ਸੁਣ ਕੇ ਸਵਾਮੀ ਕਰਤਾਰ ਸਿੰਘ ਨੇ ਨੀਵੀਂ ਪਾ ਲਈ, ਕਹਿੰਦੇ ਨਾ ਮਹਾਰਾਜ। ਕਹਿੰਦੇ ਹੋਰ ਕਿਸੇ ਡੇਰੇ ਦੇ ਸੇਵਾਦਾਰ ਨੂੰ ਚੌਥੀ ਪਦ ਵਿੱਚ ਪਹੁੰਚਾਇਆ ਹੋਵੇ, ਤੁਰੀਆ ਪਦ ਵਿੱਚ ਪਹੁੰਚਾਇਆ ਹੋਵੇ। ਸਾਰਿਆਂ ਨੇ ਨੀਵੀਆਂ ਪਾ ਲਈ, ਕਹਿੰਦੇ ਨਾ ਮਹਾਰਾਜ। ਕਹਿੰਦੇ ਅੱਛਾ। ਉਸ ਵੇਲੇ ਫਿਰ ਸੰਤ ਜੀ ਮਹਾਰਾਜ ਆਪਣੀ ਗੁੜੀਆ ਵੱਲ ਨੂੰ ਚੱਲ ਪਏ। ਜਦੋਂ ਥੋੜ੍ਹਾ ਜਿਹਾ ਗਾਹਾਂ ਗਏ ਤਾਂ ਸੁਤੇ ਸੇਧੀ ਉਹ ਬਜ਼ੁਰਗ ਸੰਤ ਦਿਆਲ ਸਿੰਘ ਉਹ ਵੀ ਉੱਧਰੋਂ ਤੁਰਿਆ ਆਉਂਦਾ ਮਿਲ ਪਿਆ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਦਾ ਤਾਂ ਸੁਭਾਅ ਇਹੋ ਜਿਹਾ ਨਿਮਰਤਾ ਵਾਲਾ ਸੀ ਵੀ ਕੋਈ ਵੀ ਸੰਤ ਬਾਣੀ ਦੇ ਵਿੱਚ ਮਿਲਦਾ ਸੀ ਤਾਂ ਮਹਾਰਾਜ ਉਹਨਾਂ ਨੂੰ ਮੱਥਾ ਟੇਕਦੇ ਸੀ। ਤਾਂ ਸੰਤਾਂ ਨੇ ਸੰਤ ਦਿਆਲ ਸਿੰਘ ਨੂੰ ਵੀ ਮੱਥਾ ਟੇਕ ਦਿੱਤਾ। ਤਾਂ ਹੁਣ ਇੰਨੇ ਦੇ ਵਿੱਚ ਉਹ ਦਿਆਲ ਸਿੰਘ ਵੀ ਸਮਝੇ ਵੀ ਸੰਤ ਜਵਾਲਾ ਸਿੰਘ ਵੀ ਮੈਨੂੰ ਵੱਡਾ ਸਮਝਦਾ ਹੈ। ਰਾਤ ਗੁਜ਼ਰੀ, ਦਿਨ ਚੜ੍ਹਿਆ, ਲੰਗਰ ਦੇ ਵਿੱਚ ਜਲ ਪਾਣੀ ਛਕਿਆ ਸਭ ਨੇ। ਹੁਣ ਸੰਤ ਜੀ ਮਹਾਰਾਜ ਉਸ ਬਜ਼ੁਰਗ ਸੰਤ ਦਿਆਲ ਸਿੰਘ ਨੂੰ ਨਾਲ ਲੈ ਕੇ ਰਾਮਬਾਗ ਵਾਲੇ ਪਾਸੇ ਮੱਟੀ ਵੱਲ ਨੂੰ ਚੱਲ ਪਏ। ਲੈ ਗਏ ਉੱਥੇ ਚੋਅ ਦੇ ਵਿੱਚ ਲੈ ਗਏ ਨਾਲ ਆਪਣੇ, ਉੱਥੇ ਬਿਠਾ ਲਿਆ। ਸੰਤ ਮਹਾਰਾਜ ਕਹਿਣ ਲੱਗੇ ਮਹਾਂਪੁਰਸ਼ੋ ਸਾਨੂੰ ਪਤਾ ਲੱਗਿਆ ਵੀ ਤੁਸੀਂ ਚੌਥੀ ਪਦਵੀ ਦੀ ਬਹੁਤ ਗੱਲ ਕਰਦੇ ਹੋ ਤੇ ਤੁਸੀਂ ਉਸ ਚੌਥੀ ਪਦਵੀ ਦੇ ਬਾਰੇ ਤੁਰੀਆ ਪਦ ਦੀਆਂ ਕੁਝ ਨਿਸ਼ਾਨੀਆਂ ਤਾਂ ਦੱਸੋ ਸਾਨੂੰ। ਤਾਂ ਉਹ ਸੰਤ ਦਿਆਲ ਸਿੰਘ ਬੜੇ ਰੋਹ ਦੇ ਨਾਲ ਕਹਿੰਦਾ ਪੁੱਤਰਾ ਤੈਨੂੰ ਫਿਰ ਤੁਰੀਆ ਪਦ ਦੀਆਂ ਨਿਸ਼ਾਨੀਆਂ ਦੱਸੀਏ। ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਉਹਨੇ ਪੁੱਤਰਾ ਕਹਿ ਕੇ ਬੁਲਾਇਆ।
ਪੁੱਤਰਾ ਫਿਰ ਤੈਨੂੰ ਤੁਰਿਆ ਪਦ ਦੀਆਂ ਨਿਸ਼ਾਨੀਆਂ ਦੱਸੀਏ। ਸੰਤ ਜੀ ਮਹਾਰਾਜ ਕਹਿੰਦੇ, ਸੰਤ ਜੀ ਤੁਹਾਨੂੰ ਤਾਂ ਅਜੇ ਤੱਕ ਗੱਲਬਾਤ ਕਰਨ ਦੀ ਵੀ ਜਾਚ ਨਹੀਂ ਆਈ, ਤੁਹਾਨੂੰ ਤੁਰਿਆ ਪਦ ਦਾ ਕੀ ਪਤਾ ਹੋਣਾ। ਸੰਤ ਕਹਿੰਦਾ, ਮੈਨੂੰ ਗੱਲਬਾਤ ਕਿਉਂ ਨਹੀਂ ਕਰਨੀ ਆਈ। ਸੰਤ ਕਹਿੰਦੇ, ਪੁੱਤਰ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਨਾਦੀ ਪੁੱਤਰ, ਇੱਕ ਬਿੰਦੀ ਪੁੱਤਰ। ਨਾਦੀ ਪੁੱਤਰ ਉਹ ਹੁੰਦਾ ਜਿਹਨੂੰ ਸ਼ਬਦ ਦੇ ਕੇ ਆਪਣਾ ਚੇਲਾ ਬਣਾਇਆ ਹੋਇਆ, ਉਹ ਪੁੱਤਰ ਦੀ ਨਿਆਈ ਹੁੰਦਾ, ਉਹਨੂੰ ਨਾਦੀ ਪੁੱਤਰ ਕਹਿੰਦੇ ਆ। ਜਿਸ ਤਰ੍ਹਾਂ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ। ਬਿੰਦੀ ਪੁੱਤਰ ਮਾਤਾ ਪਿਤਾ ਦੇ ਸੰਜੋਗ ਤੋਂ ਪੈਦਾ ਹੋਈ ਔਲਾਦ, ਉਹਨੂੰ ਬਿੰਦੀ ਪੁੱਤਰ ਕਹਿੰਦੇ। ਤਾਂ ਹੁਣ ਨਾ ਤਾਂ ਅਸੀਂ ਤੁਹਾਡੇ ਕੋਲੋਂ ਕੋਈ ਸ਼ਬਦ ਲਿਆ, ਅਸੀਂ ਤੁਹਾਡੇ ਨਾਦੀ ਪੁੱਤਰ ਨਾ ਹੋਏ, ਤੇ ਨਾ ਤੁਸੀਂ ਸਾਡੇ ਪਿਤਾ ਹੋ, ਤੇ ਅਸੀਂ ਤੁਹਾਡੇ ਬਿੰਦੀ ਪੁੱਤਰ ਵੀ ਨਾ ਹੋਏ। ਤਾਂ ਫਿਰ ਤੁਸੀਂ ਸਾਨੂੰ ਪੁੱਤਰ ਸ਼ਬਦ ਦੇ ਨਾਲ ਕਿਹੜੇ ਗੱਲ ਕਰਕੇ ਸੰਬੋਧਨ ਕੀਤਾ ਵੀ ਅਸੀਂ ਤੁਹਾਡੇ ਪੁੱਤਰ ਕਿਵੇਂ ਹੋਏ ਜੀ। ਇਹ ਸੁਣ ਕੇ ਸੰਤ ਥੋੜਾ ਜਿਹਾ ਸ਼ਰਮਿੰਦਾ ਹੋ ਗਿਆ। ਸੰਤ ਫੇਰ ਕਹਿਣ ਲੱਗੇ, ਸੰਤ ਜੀ ਚੁੱਪ ਕਿਉਂ ਕਰ ਗਏ, ਕੋਈ ਤੁਰਿਆ ਪਦ ਦੀ ਨਿਸ਼ਾਨੀ ਤਾਂ ਦੱਸੋ। ਤਾਂ ਫਿਰ ਉਹ ਸੰਤ ਜਿਹੜਾ ਸੀ ਆਪਣੇ ਪੜ੍ਹੇ ਪੜ੍ਹਾਏ ਸੁਣੇ ਸੁਣਾਏ ਗਿਆਨ ਨੂੰ ਘੋਟਣ ਲੱਗਾ। ਕਹਿੰਦਾ, ਨਿਸ਼ਾਨੀਆਂ ਉਸ ਤੁਰਿਆ ਪਦ ਦੀਆਂ ਅਸਥਾਨ ਜਦੋਂ ਉੱਥੇ ਬਿਰਤੀ ਚਲੇ ਜਾਂਦੀ ਆ, ਉਸ ਵੇਲੇ ਢੋਲ ਬੀਣਾ ਇਸ ਤਰ੍ਹਾਂ ਛੈਣੇ ਵੱਜਦੇ ਸੁਣਦੇ ਆ। ਸੰਤਾਂ ਨੇ ਕਿਹਾ, ਮਹਾਂਪੁਰਸ਼ੋ ਜੇ ਉਸ ਸਥਾਨ ਦੀਆਂ ਵਾਜੇ ਵੱਜਣੇ ਨਿਸ਼ਾਨੀਆਂ ਨੇ, ਤਾਂ ਵਾਜੇ ਆਦਿ ਤਾਂ ਸੰਸਾਰ ਦੇ ਵਿੱਚ ਬਥੇਰੇ ਵੱਜਦੇ ਤੁਰੇ ਆ, ਬਥੇਰੇ ਲੋਕ ਵਾਜੇ ਵਜਾਉਂਦੇ ਆ। ਉਸ ਪਦਵੀ ਦਾ ਤੇ ਫਿਰ ਸੰਸਾਰ ਦਾ ਤਾਂ ਕੋਈ ਫਰਕ ਹੀ ਨਾ ਹੋਇਆ। ਇਹ ਤਾਂ ਸਭ ਮਾਇਕੀ ਹੈ, ਮਾਇਆ ਦੁਆਰਾ ਬਣੇ ਹੋਏ ਸੰਸਾਰੇ ਇਹ ਸਾਧਨ। ਫਿਰ ਬਿਰਤੀ ਉੱਥੇ ਜਾਵੇ ਤਾਂ ਇਹ ਬਾਜਿਆਂ ਨੂੰ ਸੁਣ ਕੇ ਵੀ ਤਾਂ ਉਹੀ ਸੁੱਖ ਮਿਲਣਾ ਚਾਹੀਦਾ। ਫਿਰ ਉਹ ਕਹਿਣ ਲੱਗਾ, ਜਦੋਂ ਬਿਰਤੀ ਉੱਥੇ ਚਲੇ ਜਾਂਦੇ, ਉੱਥੇ ਕਈ ਤਰ੍ਹਾਂ ਦੇ ਕਈ ਰੰਗਾਂ ਦਾ ਪ੍ਰਕਾਸ਼ ਹੈ, ਪੀਲੇ ਰੰਗ ਦਾ, ਲਾਲ ਰੰਗ ਦਾ, ਸਫੇਦ ਰੰਗ ਦਾ, ਹਰੇ ਰੰਗ ਦਾ ਪ੍ਰਕਾਸ਼। ਇਹ ਸੁਣ ਕੇ ਫਿਰ ਸੰਤ ਮਹਾਰਾਜ ਕਹਿੰਦੇ ਵੀ ਰੰਗ ਤਾਂ ਸੰਸਾਰ ਦੇ ਵਿੱਚ ਉੱਦਾਂ ਦੇਖਣ ਨੂੰ ਬਥੇਰੇ ਮਿਲ ਜਾਂਦੇ, ਕੋਈ ਤੁਰਿਆ ਪਦ ਦੀ ਗੱਲ ਕਰੇ, ਇਹ ਤਾਂ ਚਾਨਣਾ ਹੀ ਹੈ, ਪ੍ਰਕਾਸ਼ ਹੀ ਹੈ। ਤਾਂ ਉਸ ਵੇਲੇ ਫਿਰ ਚੁੱਪ ਕਰ ਗਿਆ ਸੰਤ। ਕਹਿੰਦਾ, ਜੀ ਤੁਸੀਂ ਕਿਰਪਾ ਕਰਕੇ ਮੈਨੂੰ ਦੱਸੋ ਵੀ ਤੁਰਿਆ ਪਦ ਕੀ ਹੁੰਦਾ ਹੈ। ਤਾਂ ਉਸ ਵੇਲੇ ਮਹਾਂਪੁਰਖ ਬਾਬਾ ਜਵਾਲਾ ਸਿੰਘ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਅਸੀਂ ਤੁਹਾਨੂੰ ਦੱਸਾਂਗੇ ਜ਼ਰੂਰ, ਉੱਥੇ ਪਹੁੰਚਾਵਾਂਗੇ ਵੀ ਜ਼ਰੂਰ, ਪਰ ਪਹਿਲਾਂ ਸਾਡੇ ਨਾਲ ਇੱਕ ਵਾਅਦਾ ਕਰੋ ਵੀ ਜਿਹੜਾ ਵੀ ਕੋਈ ਜਗਿਆਸੂ ਕੋਈ ਜਪ ਕਰ ਰਿਹਾ ਹੋਵੇ, ਕੋਈ ਤਪ ਕਰ ਰਿਹਾ ਹੋਵੇ, ਉਹਦੇ ਜਪ ਤਪ ਨੂੰ ਕਦੇ ਵੀ ਤੋੜਨਾ ਨਹੀਂ। ਜਿੱਥੇ ਕੋਈ ਲੱਗਿਆ ਹੋਇਆ ਉਹਦਾ ਨਿਸ਼ਚਾ ਪੱਕਾ ਕਰਨਾ ਹੈ। ਜੇ ਕੋਈ ਗੁਰਮੰਤਰ ਜਪ ਰਿਹਾ, ਕੋਈ ਮੂਲ ਮੰਤਰ ਜਪ ਰਿਹਾ, ਕੋਈ ਜਪਜੀ ਸਾਹਿਬ ਜਪ ਰਿਹਾ, ਕਿਸੇ ਤਰੀਕੇ ਨਾਲ ਵੀ ਕੋਈ ਭਗਤੀ ਕਰ ਰਿਹਾ, ਉਹਨੂੰ ਭਗਤੀ ਕਰਦੇ ਹੋਏ ਨੂੰ ਹਟਾਉਣਾ ਨਹੀਂ ਕਦੇ, ਉਹਨੂੰ ਮਾੜੇ ਪਾਸੇ ਨਹੀਂ ਲਾਉਣਾ। ਉਹਨੂੰ ਇਹ ਨਹੀਂ ਕਹਿਣਾ ਵੀ ਤੂੰ ਛੱਡ ਦੇ, ਤੇਰੇ ਇਸ ਕਰਨ ਦਾ ਕੋਈ ਫਾਇਦਾ ਨਹੀਂ। ਕੋਈ ਪ੍ਰੇਮ ਨਾਲ ਭਗਤੀ ਕਰੇ, ਉਹਦੇ ਪ੍ਰੇਮ ਨੇ ਵਾਹਿਗੁਰੂ ਨੂੰ ਪ੍ਰਗਟ ਕਰ ਹੀ ਲੈਣਾ। ਜੇ ਹੋ ਸਕੇ ਸੰਤ ਜੀ ਤਾਂ ਪ੍ਰੇਮ ਉਹਦਾ ਪੱਕਾ ਕਰਨਾ, ਵਧਾਉਣਾ, ਪ੍ਰੇਮ ਤੋੜਨਾ ਨਹੀਂ ਹੈ ਕਦੇ। ਤੇ ਬਾਕੀ ਤੁਰਿਆ ਪਦ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ, ਉਹਦੇ ਲੱਛਣ ਤੁਹਾਨੂੰ ਦਰਸਾਵਾਂਗੇ ਵੀ, ਉੱਥੇ ਤੇ ਪਹੁੰਚਾਵਾਂਗੇ ਵੀ, ਪਰ ਇਹ ਨਹੀਂ ਬਈ ਇੱਕ ਪਲ ਦੇ ਵਿੱਚ ਇੱਥੇ ਬੈਠਿਆਂ ਬੈਠਿਆਂ ਉੱਥੇ ਪਦ ਵੀ ਤੁਹਾਡੀ ਪਹੁੰਚਾ ਦੇਗੀ। ਕੁਝ ਸਮਾਂ ਸੰਗਤ ਵਿੱਚ ਰਹੋ, ਹੌਲੀ 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 ਵਿਚਾਰ ਕਰਾਂਗੇ। ਤਾਂ ਉਸ ਵੇਲੇ ਫਿਰ ਸੰਤ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦਾ ਸ਼ਬਦ, ਜੋ ਬ੍ਰਹਮ ਗਿਆਨ ਤੁਰਿਆ ਪਦ ਦੀ ਅਵਸਥਾ ਬਾਰੇ ਮਹਾਰਾਜ ਦੇ ਬਚਨ ਨੇ, ਉਹ ਫਿਰ ਸੁਣਾਇਆ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਰਹਾਉ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾ
नाहि मान अपमाना। आसा मनसा सगल त्यागै, जग ते रहै निरासा। काम क्रोध जेह परसै नाहिन, तेह घट ब्रह्म निवासा। गुर कृपा जेह नर कौ कीनी, तेह एह जुगत पछानी। नानक लीन भयो गोबिंद स्यों, ज्यों पानी संग पानी। सुखमनी साहिब महाराज कहते प्रभ की आज्ञा आत्म हितावै, जीवन मुक्त सोग कहावै। तैसा हरख तैसा उस सोग, सदा आनंद तह नहीं वियोग। तैसा स्वर्ण तैसी उस माटी, तैसा अमृत तैसी बिख खाटी। तैसा मान तैसा अभिमान, तैसा रंक तैसा राजान। जो वरताए साई जुगत, नानक ओ पुरख कहिए जीवन मुक्त। इस तरह नाल फिर तकरीबन 6 महीने उस संत दयाल सिंह नूं महाराज ने अपने कोल रखिया ते उहदी उच्ची सुच्ची अवस्था बना के उहनूं तोड़िया। सो ऐसा जीवन संत जी महाराज बाबा ज्वाला सिंह साहिब का, जो आप जी सरवण करते आ रहे हो। जिमें जिमें अगे हजूर महाराज कृपा करनगे आपां जरूर विचार करांगे। सो महाराज कृपा करन जी, इस तरह आपां सत्संगत का सुभाग प्राप्त होंदा रहे। समा बड़ा कीमती है, एक एक मिनट जिहड़ा बीत जाना ये मुड़ के नहीं आउणा। पानी दरियावां दे एक वार जो बह गए ने, मुड़दे ना पतना त्यों दाने कह गए। समा बीत गया मुड़ के नहीं आया। नाम जपण को जेबा दीनी, हर दर्शन को अखी। एक एक सवास जो बिरथा जावे, हाथ ना आवे लखे। लखां खर्च लियो, ਜਿਹੜੇ ਸਾਹ ਬੀਤ ਜਾਣਗੇ ਮੁੜ ਕੇ ਨਹੀਂ ਆਉਣਗੇ। ਤੋ ਇਸ ਕਰਕੇ ਆਪਣੇ ਸਮੇਂ ਨੂੰ ਸੰਭਾਲੀਏ, ਜਿੰਨਾ ਵੀ ਹੋ ਸਕਦਾ ਹੈ ਜਪ ਤਪ ਕਰੋ, ਸਿਮਰਨ ਕਰੋ, ਬਾਣੀ ਦਾ ਜਾਪ ਕਰੋ। ਭੈ ਭਾਵਨੀ ਰੱਖੋ ਮਾਲਕ ਦੀ ਹਿਰਦੇ ਦੇ ਵਿੱਚ। ਮਹਾਰਾਜ ਸਭ ਦੀ ਇਸੇ ਤਰ੍ਹਾਂ ਪ੍ਰੀਤ ਬਣਾਈ ਰੱਖਣ ਤੇ ਆਪਾਂ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੀਏ। ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। हजूर के चरणों के सरबत के भले की बेनती है, सरबत के भले की अरदास है। महाराज कृपा रखन जी। आओ इतनी हाज़री प्रवान करियो, हुई भुलों की माफ़ी बख्शियो जी। गुरदेव पातशाह महाराज इस तरह अपन उद्यम बख्शते रहें। 2-4 मिनट का समा जोड़ा रहा, आओ गुरु मंत्र का जाप करिए तो फिर समाप्ति करिए। वाहे
वाहिगुरु जी का खालसा वाहिगुरु जी की फतेह।